ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਮੋਹਿਤ ਰੂਬਲ। ਮੈਂ ਜਤਿੰਦਰ ਸਿੰਘ ਖਹਿਰਾ ਤੇ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਇੱਕ ਵਾਰ ਫੇਰ ਸਾਡੇ ਪ੍ਰੋਗਰਾਮ ਦੇ ਵਿੱਚ, ਜਿਸ ਦਾ ਨਾਮ ਹੈ ਜੀ ਅਖਬਾਰਨਾਮਾ। ਵੱਖਰੀਆਂ ਖਬਰਾਂ ਦੇ ਉੱਤੇ ਅਸੀਂ ਕਰਦੇ ਹਾਂ ਚਰਚਾ। ਖਹਿਰਾ ਸਾਹਿਬ, ਅਸੀਂ ਹੁਣ ਸਭ ਤੋਂ ਪਹਿਲਾਂ ਅੱਜ ਚਰਚਾ ਕਰਦੇ ਹਾਂ ਪੱਛਮੀ ਬੰਗਾਲ ਦੀ, ਜਿੱਥੇ ਕਿ ਰੀਸੈਂਟਲੀ ਜਿਹੜੇ BJP ਦੇ ਜਿਹੜੇ ਪ੍ਰਧਾਨ ਨੇ, ਜਿਹੜੇ ਰਾਸ਼ਟਰੀ ਪ੍ਰਧਾਨ ਨੇ JP ਨੱਡਾ, ਜਿਹਨਾਂ ਦੀ ਕੋਈ ਰੈਲੀ ਵਗੈਰਾ ਸੀਗੀ ਐਂਡ ਉੱਥੇ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ। ਡੈਮੋਕ੍ਰੇਸੀ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਹੋਣੀਆਂ, ਕੋਈ ਇਸ ਨੂੰ ਨੈਚੁਰਲ ਮੰਨਦਾ ਹੈ, ਕੋਈ ਇਸ ਨੂੰ ਅਨਨੈਚੁਰਲ ਮੰਨਦਾ ਹੈ, ਕਿਉਂਕਿ ਲੋਕਾਂ ਦਾ ਗੁੱਸਾ ਹੋ ਸਕਦਾ ਹੈ, ਕੋਈ ਵੀ ਹੋ ਸਕਦਾ। ਬਟ BJP ਨੇ ਸਿੱਧੇ ਤੌਰ ਤੇ ਜਿਹੜੀ ਉੱਥੋਂ ਦੀ ਜਿਹੜੀ ਬੰਗਾਲ ਦੀ ਸਰਕਾਰ ਹੈ ਉਹਦੇ ਤੇ ਨਿਸ਼ਾਨਾ ਸਾਧਿਆ ਕਿ ਹਾਂ ਵੀ ਇਹ ਤੁਸੀਂ ਕਰਵਾਇਆ। ਦੇਖੋ, ਅੱਜ ਜਿਹੜੀ ਰਿਪੋਰਟ ਹੈ ਇਸੀ ਘਟਨਾ ਦੇ ਉੱਤੇ ਉੱਥੇ ਦਾ ਜਿਹੜਾ ਗਵਰਨਰ ਹੈ, ਜਿਹਨੂੰ ਅਸੀਂ ਕਹਿੰਦੇ ਆ ਜਗਦੀਪ ਧਨਖੇਰ, ਉਹਨਾਂ ਨੇ ਅੱਜ ਰਿਪੋਰਟ ਵੀ ਦਿੱਤੀ ਹੈ। ਰਿਪੋਰਟ ਹਾਲੇ ਤੱਕ ਜਨਤਕ ਨਹੀਂ ਹੋਈ, ਪਤਾ ਨਹੀਂ ਲੱਗਾ ਕਿ ਉਹ ਰਿਪੋਰਟ ਦੇ ਵਿੱਚ ਕੀ ਲਿਖਿਆ ਹੋਇਆ। ਜਦੋਂ ਅਸੀਂ ਚਲੋ ਇਹ ਤਾਂ ਚਲੋ ਮੰਦਭਾਗੀ ਘਟਨਾ ਹੈ, ਕਿਸੇ ਦੇ ਉੱਤੇ ਵੀ ਇਦਾਂ ਦਾ ਵਾਇਲੈਂਸ ਵਾਲਾ ਹਮਲਾ ਹੋਣਾ ਚੰਗੀ ਗੱਲ ਨਹੀਂ ਹੈਗੀ। ਪਹਿਲਾਂ ਇਹਨਾਂ ਨੂੰ ਜੋੜਿਆ, ਜਿਹੜਾ BJP ਨੇ ਕਿਸਾਨਾਂ ਦੇ ਨਾਲ ਜੋੜਤਾ। ਦੂਸਰਾ ਇਹਨਾਂ ਨੇ ਜੋੜਤਾ ਮਮਤਾ ਬੈਨਰਜੀ ਦੇ ਨਾਲ। ਅਮਿਤ ਸ਼ਾਹ ਨੇ ਤਾਂ ਸਿੱਧੇ ਆ ਕੇ ਕਹਿ ਦਿੱਤਾ ਕਿ ਇਹ ਸਪਾਂਸਰ ਕੀਤਾ ਹੋਇਆ ਵਾਇਲੈਂਸ ਹੈ, ਜਿਹੜਾ ਸਪਾਂਸਰ ਨਹੀਂ ਹੈ। ਠੀਕ ਹੈ। ਫਿਰ ਉੱਥੇ ਦੇ ਜਿਹੜੇ ਦੇਖੋ ਵੱਡੇ ਜਿਹੜੇ ਪੁਲਿਸ ਅਧਿਕਾਰੀ ਹੈ ਜਾਂ ਵੱਡੇ ਅਧਿਕਾਰੀ ਹੈ, ਜਿਵੇਂ ਚੀਫ ਸੈਕਟਰੀ ਹੈ ਉੱਥੇ ਦਾ, ਜਿਹੜਾ ਆਪਾਂ ਕਹਿ ਲਈਏ ਕਿ ਡਾਇਰੈਕਟਰ DGP ਡਾਇਰੈਕਟਰ ਜਨਰਲ ਆਫ ਪੁਲਿਸ ਆ, ਉਹਨਾਂ ਨੂੰ ਵੀ ਜਿਹੜੇ ਸੰਮਣ ਜਾਰੀ ਕਰ ਦਿੱਤੇ। ਬੜੀ ਚੰਗੀ ਗੱਲ ਆ। ਤੁਸੀਂ ਹੋਮ ਮਿਨਿਸਟਰ ਹੁੰਦੇ ਹੋ ਜੀ, ਤੁਸੀਂ ਕੁਝ ਵੀ ਕਰ ਸਕਦੇ ਹੋ। ਹੁਣ ਇਹਨਾਂ ਨੇ ਆਪਣਾ ਦੌਰਾ ਵੀ ਸ਼ਾਇਦ ਉੱਥੇ 19 ਤਰੀਕ ਦਾ ਰੱਖ ਲਿਆ। ਲਾਅ ਐਂਡ ਆਰਡਰ ਤੁਹਾਡੀ ਜ਼ਿੰਮੇਵਾਰੀ ਵੀ ਆ। ਕੋਲਕਾਤਾ ਦੇ ਨੇੜੇ ਇਹ ਹਾਦਸਾ ਹੋਇਆ। ਜੇ ਮੈਂ ਕਲਕੱਤਾ ਦੀ ਜਾਂ ਪੱਛਮੀ ਬੰਗਾਲ ਦੀ ਗੱਲ ਕਰਾਂ ਤੇ ਉੱਥੇ 2016 ਦੇ ਅੰਕੜਿਆਂ ਮੁਤਾਬਕ ਜਿਹੜਾ ਕ੍ਰਾਈਮ ਰੇਟ ਹੈ ਉਹ ਤਕਰੀਬਨ 2,44,100 ਆ। ਸੋ ਹੋਮ ਮਿਨਿਸਟਰ ਨੂੰ ਉਦੋਂ ਵੀ ਤਾਂ ਕੁਝ ਕਰਨਾ ਚਾਹੀਦਾ ਸੀ ਨਾ। ਹੁਣ ਦੇਖੋ ਨਾ, ਕਹਿੰਦੇ ਤੁਹਾਡੇ ਆਪ ਦੇ ਬੰਦੇ ਤੇ ਲੱਗੀ ਆ ਤਾਂ ਤੁਸੀਂ ਵੱਡਿਆਂ ਨੂੰ ਸੰਭਣ ਕਰ ਰਹੇ ਹੋ। ਇੱਦਾਂ ਤਾਂ ਫਿਰ UP ਦੇ ਵਿੱਚ ਜਿਹੜਾ ਹੈ ਬਲਾਤਕਾਰ ਆਏ ਦਿਨ ਹੁੰਦੇ ਨੇ, ਹਮਲੇ ਹੁੰਦੇ ਨੇ। ਉਦੋਂ ਤੁਸੀਂ ਕਿਸੇ ਨੂੰ ਵੱਡੇ ਅਧਿਕਾਰੀ ਨੂੰ ਸੰਭਣ ਅੱਜ ਤੱਕ ਹੋਏ ਕਦੀ ਸੁਣੇ? ਨਹੀਂ ਸੁਣੇ ਨਾ। ਤਾਂ ਉਹੀ ਗੱਲ ਆ ਨਾ ਕਿ ਆਪਾਂ ਕਹਿੰਦੇ ਹੁੰਦੇ ਜਿੱਥੇ ਡੈਮੋਕ੍ਰੇਸੀ ਹੁੰਦੀ ਆ ਉੱਥੇ ਇਕੁਐਲਿਟੀ ਦੀ ਵੀ ਗੱਲ ਹੁੰਦੀ ਆ। ਪਰ ਮੈਂ ਹਮੇਸ਼ਾ ਕਹਿੰਦਾ ਇਕੁਐਲਿਟੀ ਨਹੀਂ ਹੈਗੀ ਇੱਥੇ ਹਰ ਮੁਲਕ ਦੇ ਵਿੱਚ, ਹਰ ਭਾਰਤ ਦੇ ਵਿੱਚ, ਇੰਡੀਆ ਵੀ ਆ, ਹਰ ਸ਼ਹਿਰ ਦੇ ਵਿੱਚ ਮਾਡਲ ਟਾਊਨ ਵੀ ਆ, ਔਰ ਮਤਲਬ ਹਰ ਜਗ੍ਹਾ ਦੇ ਉੱਤੇ ਤੁਹਾਨੂੰ ਜਿਹੜੀ ਹੈ ਇੱਕ ਤਰੀਕੇ ਦੇ ਨਾਲ ਉਹ ਪਾਰਸ਼ੈਲਿਟੀ ਮਿਲ ਜਾਊਗੀ। ਹੁਣ JP ਨੱਡਾ ਨੂੰ ਐਡਾ ਵੱਡਾ ਜਿਹੜਾ ਤੁਸੀਂ ਦੇਖੋ ਕਿ ਉਹ, ਚਲੋ ਮੈਂ ਪਹਿਲਾਂ ਹੀ ਕਹਿ ਚੁੱਕਾ ਕਿ ਮੰਦਭਾਗੀ ਘਟਨਾ ਆ, ਪਰ ਤੁਸੀਂ ਦੇਖੋ ਉਸ ਦੇ ਉੱਤੇ ਬਿਨਾਂ ਤਫਤੀਸ਼ ਕੀਤੇ, ਬਿਨਾਂ ਕਿਸੇ ਨਾਲ ਸਲਾਹ ਕੀਤੇ, ਹਾਲੇ ਰਿਪੋਰਟ ਆਈ ਨਹੀਂ ਸੀ, ਤੁਸੀਂ ਪਹਿਲਾਂ ਹੀ ਸਾਹਮਣੇ ਭੇਜ ਦਿੱਤੇ ਆ। ਇਹ ਵੀ ਗੱਲ ਚੰਗੀ ਨਹੀਂ ਹੈਗੀ ਜੀ। ਖੈਰ ਸਾਹਿਬ, ਇਸ ਕੇਸ ਨੂੰ ਥੋੜਾ ਜਿਹਾ ਆਪਾਂ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਦਿੱਲੀ ਕੇਸ ਦੇ ਨਾਲ, ਕਿਉਂਕਿ ਦਿੱਲੀ ਵਿੱਚ ਕੀ ਹੋਇਆ, ਜਿਹੜੇ ਉੱਥੋਂ ਦੇ ਜਿਹੜੇ ਡੈਪਟੀ ਚੀਫ ਮਿਨਿਸਟਰ ਨੇ, ਯਾਨੀ ਕਿ ਮਨੀਸ਼ ਸਿਸੋਦੀਆ, ਉਹਨਾਂ ਦੇ ਘਰ ਵਿੱਚ ਵੀ ਜਾ ਕੇ ਹਮਲਾ ਹੁੰਦਾ ਹੈ। ਉੱਥੇ ਤਾਂ ਜਿਹੜੇ BJP ਦੇ ਜਿਹੜੇ ਝੰਡੇ ਨੇ ਉਹ ਵੀ ਦਿਖਾਈ ਦਿੱਤੇ ਜਾ ਰਹੇ ਨੇ। ਸੋ ਆਪ ਦਾ ਵਿਰੋਧ ਹੈ ਕਿ ਹਾਂ ਵੀ, ਆਪ ਦਾ ਕਹਿਣਾ ਹੈ ਕਿ ਹਾਂ ਵੀ ਇਹ BJP ਦੇ ਹੀ ਗੁੰਡੇ ਸੀਗੇ ਜਿਨ੍ਹਾਂ ਨੇ ਡੈਪਟੀ ਚੀਫ ਮਿਨਿਸਟਰ, ਯਾਨੀ ਕਿ ਬਹੁਤ ਵੱਡਾ ਨਾਮ ਹੁੰਦਾ ਹੈ ਨਾ, ਸੋ ਉਹਨਾਂ ਦੇ ਘਰ ਵਿੱਚ ਜਾ ਕੇ ਹਮਲਾ ਕੀਤਾ। ਸੋ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਪੁਲਿਸ ਹੈ ਜਾਂ ਫਿਰ ਜਿਹੜੀ ਸਾਰੀ ਫੋਰਸ ਵਗੈਰਾ ਹੁੰਦੀ ਹੈ ਜੀ, ਜਿਹੜੀ ਪੂਰੇ ਇੰਡੀਆ ਦੀ, ਉਹ ਹੋਮ ਮਿਨਿਸਟਰ ਦੇ ਅੰਡਰ ਆਉਂਦੀ ਹੈ। ਠੀਕ ਹੈ। ਸੋ ਉਹਦੇ ਅੰਡਰ ਹੋਣ ਦੇ ਬਾਵਜੂਦ ਹੁਣ ਉੱਥੇ ਕਿਹਨੂੰ ਸਮਨ ਦਿੱਤਾ ਜਾਵੇਗਾ? ਠੀਕ ਹੈ ਜੀ। ਉੱਥੇ ਕਿਹੜੀ ਕਾਰਵਾਈ ਹੁੰਦੀ ਹੈ? ਸੋ ਇੱਥੇ ਵੀ ਗੱਲ ਦੇਖਣ ਵਾਲੀ ਹੈ। ਉੱਥੇ ਤਾਂ ਬੜੀ ਟੋਰ ਨਾਲ ਜਿਹੜੀ ਓਪੋਜੀਸ਼ਨ ਹੈ ਜਾਂ ਜਿਹੜੀ ਰੂਲਿੰਗ ਪਾਰਟੀ ਹੈ ਉਹਨਾਂ ਨੂੰ ਕਹਿ ਦਿੱਤਾ ਕਿ ਹਾਂ ਵੀ ਤੁਸੀਂ ਜਿਹੜਾ ਹੈ ਤੁਸੀਂ ਜ਼ਿੰਮੇਵਾਰ ਹੋ। ਹੁਣ ਇੱਥੇ ਕਿਹਦੀ ਜ਼ਿੰਮੇਵਾਰੀ ਨਿਕਲਦੀ ਹੈ, ਇੱਥੇ ਕਿਹਨੂੰ ਸਮਨ ਦਿੱਤਾ ਜਾਂਦਾ, ਇਹ ਵੀ ਜਿਹੜੀ ਗੱਲ ਹੈ ਉਹ ਦੇਖਣ ਵਾਲੀ ਹੋਵੇਗੀ। ਦੇਖੋ, ਉੱਥੇ ਤੁਸੀਂ ਲਗਾਤਾਰ ਕਹਿ ਰਹੇ ਹੋ ਕਿ ਸਪਾਂਸਰ ਵਾਇਲੈਂਸ ਆ, ਇੱਥੇ ਵੀ ਤਾਂ ਫਿਰ ਸਪਾਂਸਰ ਹੀ ਹੋਇਆ। ਕਿਉਂਕਿ ਮੇਰੀ ਥੋੜ੍ਹੀ ਦੇਰ ਪਹਿਲਾਂ ਜਿਹੜੀ ਆ ਓਪੋਜੀਸ਼ਨ ਲੀਡਰ ਜਿਹੜੇ ਪੰਜਾਬ ਦੇ ਨੇ, ਹਰਪਾਲ ਚੀਮਾ, ਆਮ ਆਦਮੀ ਪਾਰਟੀ ਦੇ ਨੇ, ਉਹਨਾਂ ਦੇ ਨਾਲ ਗੱਲ ਹੋ ਰਹੀ ਹੈ। ਉਹ ਸਿੱਧੇ ਕਹਿ ਰਹੇ ਨੇ ਕਿ ਜੀ BJP ਦੇ ਬੈਠੇ ਨੇ। ਦੂਸਰੇ ਬੰਨੇ ਉਹ ਕਹਿੰਦੇ ਕਿ ਜਿੱਦਣ ਦੇ ਕੇਜਰੀਵਾਲ ਜਿਹੜੇ ਨੇ ਉਹ ਸਿੰਘੂ ਬਾਰਡਰ ਤੋਂ ਵਾਪਸ ਆਏ ਨੇ, ਉਦਣ ਦੇ ਉਹਨਾਂ ਦੇ ਘਰ ਦੇ ਮੂਹਰੇ ਜਿਹੜਾ ਹੈ ਉਹ BJP ਦੇ ਜਿਹੜੇ ਕਾਰਜਕਰਤਾ ਬੈਠੇ ਨੇ, ਬਿਨਾਂ ਕਿਸੇ ਕਾਰਨ, ਬਿਨਾਂ ਕੁਝ ਦੱਸਿਆ ਕਿ ਉਹ ਕਿਉਂ ਬੈਠੇ ਨੇ, ਪਤਾ ਨਹੀਂ ਹੈਗਾ। ਤੁਸੀਂ ਦੇਖੋ, ਜੇ ਇਹੀ BJP ਜਿਹੜੀ ਆ ਉਹ ਸਾਨੂੰ ਇਹ ਕਹਿ ਰਹੀ ਸੀ ਕਿ ਭਾਈ ਤੁਸੀਂ ਇੱਕ ਬੰਨੇ ਲੱਗ ਕੇ ਜਿਹੜਾ ਹੈ ਵਿਰੋਧ ਕਰ ਲਓ, ਇੱਕ ਜਗ੍ਹਾ ਤੇ ਜਾ ਕੇ ਵਿਰੋਧ ਕਰ ਲਓ, ਤੁਸੀਂ ਕਿਸੇ ਦੇ ਘਰ ਮੂਹਰੇ ਜਾ ਕੇ ਵਿਰੋਧ ਕਰ ਰਹੇ ਹੋ, ਭਾਈ ਉਹਨੂੰ ਨਿਕਲਣ ਅੱਗੇ ਤੁਸੀਂ ਆਫਿਸ ਜਾਣ ਨਹੀਂ ਦੇ ਰਹੇ ਹੋ, ਉਹਦੇ ਦਫ਼ਤਰ ਦੇ ਮੂਹਰੇ ਨਹੀਂ ਤੁਸੀਂ ਬੈਠੇ ਹੋ। ਇਹ ਵੀ ਦੇਖੋ ਨਾ, ਮੈਂ ਵਾਰ-ਵਾਰ ਕਹਿ ਰਿਹਾ ਕਿ ਡੈਮੋਕ੍ਰੇਸੀ ਜਿਹੜੀ ਆ ਉਹ ਕਿਸੇ ਲਈ ਕੁਝ ਹੋਰ ਆ, ਤੁਹਾਡੇ ਲਈ ਕੁਝ ਹੋਰ ਆ, ਮੇਰੇ ਲਈ ਕੁਝ ਹੋਰ ਆ, ਤੇ ਇਹ ਇਦਾਂ ਦੇ ਤਰੀਕੇ ਜਿਹੜੇ ਨੇ ਸੰਘੀ ਢਾਂਚੇ ਨੂੰ ਬਹੁਤ ਵੱਡਾ ਖਤਰਾ ਹੈ। ਦੁਬਾਰਾ ਫੇਰ ਹੁਣ ਗੱਲ ਕਰਦੇ ਹਾਂ ਪੱਛਮੀ ਬੰਗਾਲ ਦੀ। ਉੱਥੋਂ ਦੀ ਜਿਹੜੀ CM ਹੈ ਮਮਤਾ ਬੈਨਰਜੀ, ਜਿਹੜੀ ਲੇਡੀ ਹੈ, ਉਹ ਕਾਫੀ ਧਾਕੜ ਔਰਤ ਹੈ ਜੀ, ਹੈ ਨਾ। ਉਹਨਾਂ ਨੇ ਕੀ ਬਿਆਨ ਦਿੱਤਾ ਜਦੋਂ ਗੱਲਬਾਤ ਹੋਈ ਕਿ ਹਾਂ ਵੀ ਉਹਨਾਂ ਦੀ ਹੀ ਜਿਹੜੀ ਪਾਰਟੀ ਹੈ TMC, ਕਿ ਹਾਂ ਵੀ ਉਹਨਾਂ ਨੇ ਜਿਹੜਾ ਹਮਲਾ ਕੀਤਾ ਹੈ JP ਨੱਡਾ ਹੋਣਾ ਤੇ। ਸੋ ਉਹਨਾਂ ਨੇ ਕਹਿਤਾ ਕਿ ਬਈ ਕੋਈ ਵੀ ਨੱਡਾ ਚੱਡਾ ਆ ਕੇ ਗੱਡੇ 'ਚ ਡਿੱਗ ਜਾਏਗਾ ਤੇ ਸਾਡਾ ਉਹਦੇ 'ਚ ਕੀ ਕਸੂਰ ਆ। ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀਗਾ ਕਿ ਹਾਂ ਵੀ ਅਗਰ JP ਨੱਡਾ ਸਾਹਿਬ ਆ ਰਹੇ ਸਨ, ਸਾਨੂੰ ਕੋਈ ਵੀ ਜਿਹੜੀ ਇਤਲਾਹ ਹੈ ਪਹਿਲਾਂ ਨਹੀਂ ਕੀਤੀ ਗਈ, ਸਾਡੇ ਕੋਲ ਜਿਹੜੀ
ਸਿਕਿਉਰਿਟੀ ਹੈ ਨਹੀਂ ਮੰਗੀ ਗਈ। ਸੋ ਉਹਨਾਂ ਨੇ ਕਿਹਾ ਕਿ ਹਾਂ ਵੀ ਸਾਡੇ ਤੇ ਬਲੇਮ ਕਰਨਾ ਕਿ ਹਾਂ ਵੀ ਅਸੀਂ ਲੋਕਾਂ ਨੇ ਅਰੇਂਜ ਕੀਤਾ ਜਾਂ ਸਾਡੇ ਹੀ ਕਾਰਨ ਇੱਥੇ ਇਹ ਚੀਜ਼ ਹੋਈ ਆ, ਕਹਿੰਦੇ ਅਸੀਂ ਉਸਨੂੰ ਐਕਸੈਪਟ ਨਹੀਂ ਕਰਾਂਗੇ। ਕਹਿੰਦੇ ਅਸੀਂ ਪੂਰੀ ਜਾਂਚ ਕਮੇਟੀ ਬਿਠਾਵਾਂਗੇ, ਉਹ ਪੂਰੀ ਜਾਂਚ ਕਰੇਗੀ, ਜੋ ਫੈਸਲਾ ਆਏਗਾ ਪੂਰੇ ਤੇ ਕੰਮ ਕਰਾਂਗੇ, ਬਟ ਹਾਂ ਅਸੀਂ ਐਲੀਗੇਸ਼ਨ ਜਿਹੜੇ ਨੇ ਉਹ ਐਕਸੈਪਟ ਨਹੀਂ ਕਰਾਂਗੇ। ਉਹਨਾਂ ਨੇ ਅੱਗੇ ਗੱਲ ਜੋੜਦੇ ਹੋਏ ਇਹ ਵੀ ਕਿਹਾ ਕਿ ਬੀਜੇਪੀ ਦੀ ਜਿਹੜੀ ਹਿਸਟਰੀ ਹੈ ਉਹ ਸਾਫ਼ ਦਰਸਾਉਂਦੀ ਹੈ ਕਿ ਹਾਂ ਵੀ ਇਹੋ ਜਿਹੇ ਕੰਮ ਉਹ ਆਪ ਵੀ ਕਰਾਉਂਦੇ ਨੇ, ਠੀਕ ਹੈ। ਸੋ ਉਹਨਾਂ ਨੇ ਉਲਟਾ ਉਹਨਾਂ ਦੇ ਉੱਪਰ ਐਲੀਗੇਸ਼ਨਸ ਲਗਾ ਦਿੱਤੇ ਨੇ ਕਿ ਹਾਂ ਵੀ ਅਗਰ ਜਿਹੜੇ ਬਲੇਮ ਸਾਨੂੰ ਕਰ ਰਹੇ ਨੇ ਉਹਨਾਂ ਨੂੰ ਬਲੇਮ ਲਗਾ ਦਿੱਤਾ ਕਿ ਹੋ ਸਕਦਾ ਕਿ ਤੁਹਾਡੀ ਆਪਣੀ ਕੋਈ ਨਾ ਕੋਈ ਪੋਲੀਟੀਕਲ ਜਿਹੜਾ ਹੈ ਕੋਈ ਗੇਮ ਹੈ, ਕੋਈ ਪੈਂਤਰਾ ਹੋ ਸਕਦਾ, ਕਿਉਂਕਿ ਉਹ ਕਹਿੰਦੇ ਅਸੀਂ ਤਾਂ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰਾਂਗੇ। ਪਹਿਲੀ ਗੱਲ ਤੇ ਮਮਤਾ ਬੈਨਰਜੀ ਜਿਹੜੇ ਤ੍ਰਿਣਮੂਲ ਕਾਂਗਰਸ ਦੇ ਜਿਹੜੇ ਨੇ ਉਹ ਪਾਰਟੀ ਦੇ ਚੀਫ ਨੇ, ਦੂਸਰੀ ਗੱਲ ਉਹ ਬਹੁਤ ਚੰਗੇ ਸਪੀਕਰ ਵੀ ਨੇ, ਫਿਰ ਤੀਸਰੀ ਗੱਲ ਉਹ ਡਰਦੇ ਨਹੀਂ ਹੈਗੇ, ਤੇ ਚੌਥੀ ਗੱਲ ਇਹ ਸਿਆਸਤ ਹੈ ਭਾਈ, ਕੁਝ ਵੀ ਹੋ ਸਕਦਾ ਹੈ। ਤੁਸੀਂ ਹੁਣ ਦੇਖੋ ਸਿਆਸਤ ਦੇ ਵਿੱਚ ਜਿਹੜਾ ਹੈ ਉਹ ਅਸੀਂ ਆਪਣੇ ਸੱਟ ਮਾਰ ਕੇ, ਜਿਵੇਂ ਇੱਥੇ ਸਾਡੇ ਪੰਜਾਬ ਦੇ ਵਿੱਚ ਵੀ ਹੁੰਦਾ ਲੜਾਈ ਹੁੰਦੀ ਹੈ ਨਾ, ਤੇ ਉਹ ਕਈ ਵਾਰੀ ਆਪ ਹੀ ਗੂਠਾ ਵੱਢ ਲੈਣਾ ਤੇ ਆਪ ਹੀ ਕੁਛ ਕਰਨਾ ਤੇ ਬਾਅਦ ਚੋਂ ਕਹਿਣਾ ਜੀ ਇਹਦੇ ਤੇ ਪਰਚਾ ਹੋਰਾ ਦੀਏ, ਉਹ ਹੋ ਵੀ ਸਕਦਾ ਹੈ ਤੇ ਨਹੀਂ ਵੀ ਹੋ ਸਕਦਾ। ਪਰ ਜਦੋਂ ਤੱਕ ਸਾਡੇ ਕੋਲੇ ਸਾਹਮਣੇ ਨਹੀਂ ਆਉਂਦਾ, ਤੁਹਾਡੇ ਕੋਲੇ ਤੇ ਬਹੁਤ ਸਾਰੀਆਂ ਫੋਰਸਿਸ ਨੇ ਹੈਗੀਆਂ, ਤੁਸੀਂ ਉਹਨਾਂ ਦੇ ਥਰੂ ਪਤਾ ਕਰਾਓ ਫਿਰ ਗੱਲ ਕਰੋ। ਐਵੇਂ ਹਵਾ ਦੇ ਵਿੱਚ ਤੀਰ ਮਾਰਨਾ ਜਿਹੜਾ ਹੈ ਉਹ ਵੀ ਚੰਗੀ ਗੱਲ ਨਹੀਂ। ਇੱਕ ਹੋਮ ਮਿਨਿਸਟਰ ਕਵੇ ਕਿ ਇਹ ਸਪਾਂਸਰ ਵਾਇਲੈਂਸ ਹੈ, ਉਹ ਵੀ ਗੱਲ ਚੰਗੀ ਨਹੀਂ ਹੈਗੀ, ਪਰ ਜਿੱਥੇ ਜੋ ਮਮਤਾ ਬੈਨਰਜੀ ਕਹਿ ਰਹੇ ਨੇ ਕਿ ਉਹ ਸਾਨੂੰ ਨਹੀਂ ਇਤਲਾਹ ਸੀਗੀ, ਤੇ ਫਿਰ ਉਹ ਵੀ ਚੰਗੀ ਗੱਲ ਨਹੀਂ ਹੈਗੀ ਕਿ ਤੁਸੀਂ ਇੱਕ ਇਤਲਾਹ ਦਿਓ ਜਿਹੜਾ ਉੱਥੇ ਦਾ ਚੀਫ ਹੈ, ਤੁਸੀਂ ਆਪਣੀਆਂ ਰੰਜਿਸ਼ਾਂ ਦੇ ਵਿੱਚ ਆਪ ਹੀ ਤਾਂ ਉਲਝ ਰਹੇ ਹੋ। ਸੋ ਉਸ ਤੋਂ ਇਲਾਵਾ ਹੁਣ ਅਸੀਂ ਦੂਜੇ ਨੰਬਰ ਤੇ ਗੱਲ ਕਰਦੇ ਹਾਂ ਕਿ ਜਿਹੜਾ ਕਿਸਾਨੀ ਅੰਦੋਲਨ ਹੈ ਉਹ 16ਵੇਂ ਦਿਨ ਵਿੱਚ ਪਹੁੰਚ ਚੁੱਕਿਆ ਹੈ। ਕੇਂਦਰ ਸਰਕਾਰ ਦੇ ਸਿਰ ਪਰ ਕੋਈ ਜੂੰ ਤਰਕ ਨਹੀਂ ਜਿਹੜੀ ਸਿਰਕ ਰਹੀ। ਸੋ ਗੱਲ ਦੱਸਦੀ ਹੈ ਕਿ ਜਿਹੜੀ ਕੱਲ ਅਸੀਂ ਜਾਂਦੇ ਗੱਲ ਕੀਤੀ ਸੀ ਕਿ ਕੱਲ ਮੀਟਿੰਗ ਹੋਏਗੀ, ਨਰਿੰਦਰ ਸਿੰਘ ਤੋਮਰ ਖੇਤੀਬਾੜੀ ਮਿਨਿਸਟਰ ਜਿਹੜੇ ਨੇ ਭਾਰਤ ਦੇ ਕੁਝ ਬੋਲਣਗੇ, ਉਮੀਦ ਜਤਾਈ ਜਾ ਰਹੀ ਸੀ ਕਿ ਕੁਝ ਚੰਗਾ ਬੋਲਣਗੇ, ਪਰ ਫਿਰ ਕੁਝ ਚੰਗਾ ਕੁਝ ਖਾਸ ਉਹਨਾਂ ਨੇ ਨਹੀਂ ਬੋਲਿਆ। ਉਹਨਾਂ ਨੇ ਫਿਰ ਆਪਣੀ 1.5 ਘੰਟੇ ਦੀ ਪ੍ਰੈਸ ਕਾਨਫਰੰਸ 'ਚ ਇੱਕੋ ਗੱਲ ਉੱਪਰ ਜ਼ਿਆਦਾ ਜ਼ੋਰ ਦਿੱਤਾ ਕਿ ਹਾਂ ਬਈ ਅਸੀਂ ਜਿਹੜਾ ਹੈ ਪ੍ਰਸਤਾਵ ਰੱਖਿਆ ਕਿਸਾਨਾਂ ਦੇ ਮੂਹਰੇ, ਜਿਹੜੇ ਪੁਰਾਣੇ ਬਿੱਲ ਨੇ ਉਹਨਾਂ ਤੇ ਖੁੱਲ ਕੇ ਡਿਸਕਸ ਕਰਦੇ ਆ, ਹੋਰ ਜਾਂ ਫਿਰ ਜਿੱਥੇ ਉਹਨਾਂ ਨੂੰ ਪ੍ਰੋਬਲਮ ਹੈ। ਅੱਛਾ, ਇਹਨਾਂ ਨੇ ਪਹਿਲੀ ਵਾਰੀ ਨੂੰ ਅਸੀਂ 2-3 ਵਾਰੀ ਹੋ ਚੁੱਕਿਆ ਖੈਰ ਸਾਹਿਬ ਕਿ ਹਾਂ ਵੀ ਉਹ ਮੰਨ ਰਹੇ ਨੇ ਕਿ ਜਿਹੜੇ ਖੇਤੀਬਾੜੀ ਜਿਹੜੇ ਬਿੱਲ ਨੇ ਉਹ ਕਿਤੇ ਨਾ ਕਿਤੇ ਕਾਰਪੋਰੇਟ ਨੂੰ ਫੇਵਰ ਕਰ ਰਹੇ ਨੇ, ਕਿਤੇ ਨਾ ਕਿਤੇ ਜਿਹੜੇ ਕਿਸਾਨਾਂ ਦਾ ਨੁਕਸਾਨ ਹੋ ਸਕਦਾ ਹੈ। ਸੋ ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਵਾਰ ਫੇਰ ਬੈਠੋ ਐਂਡ ਅਸੀਂ ਹੋਰ ਥੋੜਾ ਵਧੀਆ ਕੋਈ ਵਿਚਕਾਰਲਾ ਸੋਲੂਸ਼ਨ ਲੱਭਦੇ ਆ ਤਾਂ ਜੋ ਸਾਡੀ ਵੀ ਰਹਿ ਜੇ ਤੁਹਾਡੀ ਵੀ ਰਹਿ ਜੇ, ਹਨਾ। ਕਿਉਂਕਿ ਜਿਹੜਾ ਅੜੀਅਲ ਸੁਭਾਅ ਹੈ, ਜਿਹੜਾ ਮੈਂ ਕਹਾਂ ਕਿ ਜਿਹੜਾ ਡਿਕਟੇਟਰਸ਼ਿਪ ਵਾਲਾ ਸੁਭਾਅ ਹੈ ਕਿ ਹਾਂ ਵੀ ਜੋ ਕਹਿ ਤਾ ਸੋ ਹੋ ਗਿਆ, ਉਹ ਵੀ ਕਾਇਮ ਰੱਖਣਾ ਚਾਹੁੰਦੀ ਹੈ ਤੇ ਕਿਤੇ ਨਾ ਕਿਤੇ ਡੈਮੋਕ੍ਰੇਸੀ ਦੀ ਸਾਖ ਨੂੰ ਵੀ ਬਚਾਏ ਰੱਖਣਾ ਚਾਹੁੰਦੀ ਹੈ। ਬਟ ਕਿਸਾਨਾਂ ਨੇ ਇੱਕ ਵਾਰ ਫੇਰ ਕਲੀਅਰ ਕਰ ਦਿੱਤਾ ਕਿ ਬਈ ਅਸੀਂ ਸਿਰਫ ਹਾਂ ਨਾ ਚਾਹੀਦੀ ਹੈ, ਠੀਕ ਹੈ। ਹਾਂ ਕਰਦੇ ਹੋ ਤਾਂ ਬਹੁਤ ਚੰਗੀ ਗੱਲ ਹੈ, ਖੁਸ਼ੀ ਵਾਪਸ ਜਾਵਾਂਗੇ, ਨਾ ਕਰਦੇ ਹੋ ਤਾਂ ਉਹਨਾਂ ਨੇ ਆਪਣੇ ਜਿਹੜੇ ਅਗਲੇ ਏਜੰਡੇ ਨੇ ਉਹ ਵੀ ਕਲੀਅਰ ਕਰ ਦਿੱਤੇ ਨੇ ਕਿ ਹਾਂ ਵੀ 12 ਤਰੀਕ ਨੂੰ ਜਿਹੜਾ ਹੈ ਅਸੀਂ ਸਾਰੇ ਜਿਹੜੇ ਟੋਲ ਪਲਾਜ਼ਾ ਆਏ ਉਹਨਾਂ ਨੂੰ ਬੰਦ ਰੱਖਾਂਗੇ, 14 ਤਰੀਕ ਨੂੰ ਇੱਕ ਵਾਰ ਫੇਰ ਹੋ ਸਕਦਾ ਕਿ ਭਾਰਤ ਬੰਦ ਕਰਾਂਗੇ। ਹਲੇ ਅਧਿਕਾਰੀ ਤੌਰ ਤੇ ਕੋਈ ਫੈਸਲਾ ਨਹੀਂ ਹੈ, ਜਾਣਕਾਰੀ ਜਿਹੜੀ ਹੈ ਉਹਨਾਂ ਨੇ ਨਹੀਂ ਦਿੱਤੀ, ਬਟ ਹਾਂ ਉਹਨਾਂ ਦੇ ਕਹਿ ਰਹੇ ਨੇ ਕਿ ਹਾਂ ਵੀ ਜਿਹੜੇ ਅੱਛਾ ਇੱਕ ਗੱਲ ਹੋਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੂਰੇ ਭਾਰਤ ਦੀ ਜਿਹੜੀਆਂ ਮਜ਼ਦੂਰ ਯੂਨੀਅਨਾਂ ਨੇ, ਹਨਾ, ਜਿਹਨਾਂ ਨੂੰ ਸੀਟੂ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ, ਉਹਨਾਂ ਨੇ ਵੀ ਕਹਿ ਦਿੱਤਾ ਕਿ ਹਾਂ ਵੀ ਸਾਡੀ ਜਿਹੜੀ 10 ਜਥੇਬੰਦੀਆਂ ਨੇ ਉਹ ਹੁਣ ਸਮਰਥਨ ਦੇਣ ਜਾ ਰਹੀਆਂ ਨੇ, ਜਿਹੜੇ ਆਉਣ ਵਾਲੇ ਅਗਲੇ ਇਹਨਾਂ ਦੇ ਕੋਈ ਵੀ ਪ੍ਰੋਗਰਾਮ ਹੋਣਗੇ ਉਹਨਾਂ 'ਚ ਨਾਲ ਬੈਠਣਗੇ, ਉਹਨਾਂ ਵਿੱਚ ਨਾਲ ਰਲ ਕੇ ਜਿਹੜੇ ਹੱਕ ਸੱਚ ਦੀ ਲੜਾਈ ਹੈ ਉਸ ਨੂੰ ਪਾਰਟਿਸਿਪੇਟ ਕਰਾਂਗੇ। ਸੋ ਦੁਬਾਰਾ ਮੈਂ ਗੱਲ ਕਰ ਰਿਹਾ ਕਿ ਹਾਂ ਵੀ ਜਿਹੜਾ ਕੱਲ ਉਮੀਦ ਜਤਾਈ ਜਾ ਰਹੀ ਸੀਗੀ ਨਰਿੰਦਰ ਸਿੰਘ ਤੋਮਰ ਹੋਣਾ ਤੋਂ, ਉਹ ਕੁਝ ਖਾਸੀ ਨਹੀਂ ਨਿਕਲੀ ਹੈ, ਕੋਈ ਵਧੀਆ ਸਿੱਟਾ ਉਹਦਾ ਨਹੀਂ ਨਿਕਲਿਆ। ਫੇਰ ਉਹੀ ਗੱਲਾਂ, ਫੇਰ ਉਹੀ ਕੰਮ। ਮੋਹਿਤ ਜੀ ਦੇਖੋ, ਬਾਰ-ਬਾਰ ਉਹੀ ਗੱਲਾਂ ਆ। ਤੁਸੀਂ ਸ਼ੁਰੂ ਤੋਂ ਲੈ ਲਓ, ਹੁਣ 2-3 ਮਹੀਨੇ ਜਿਹੜਾ ਸਮਾਂ ਹੋ ਚੱਲਿਆ, ਲਗਾਤਾਰ ਉਹ ਸਾਰੀਆਂ ਗੱਲਾਂ, ਉਹ ਜਿਹੜੇ ਅਸੀਂ ਸਟੈਪ ਬਾਏ ਸਟੈਪ ਜਿਹੜੇ ਬਣਾ ਕੇ ਦਿੱਤੇ ਸੀਗੇ, ਜਿਹੜੇ ਉਹ ਕਹਿੰਦੇ ਕਿ ਅਸੀਂ ਕਿਸਾਨ ਜਥੇਬੰਦੀਆਂ ਕਹਿੰਦੀਆਂ ਜਿਹੜੇ ਅਸੀਂ ਸਟੈਪ ਬਾਏ ਸਟੈਪ ਇਹਨਾਂ ਨੂੰ ਬਣਾ ਕੇ ਦਿੱਤੇ ਸੀਗੇ, ਉਹ ਜਿਹੜੇ ਨੇ ਇਹਨਾਂ ਨੇ ਉਹਨਾਂ ਦੇ ਉੱਤੇ ਥੋੜ੍ਹੀਆਂ ਸੋਧਾਂ ਕਰਕੇ ਸਾਨੂੰ ਪ੍ਰਪੋਜ਼ਲ ਬਣਾ ਕੇ ਭੇਜ ਦਿੱਤਾ। ਉਹਨਾਂ ਪ੍ਰਪੋਜ਼ਲਾਂ ਤੇ ਕਹਿੰਦੇ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਇਹਨਾਂ ਨੂੰ ਐਕਸਪਲੇਨੇਸ਼ਨ ਦੇ ਚੁੱਕੇ ਹਾਂ, ਪਰ ਸਰਕਾਰ ਜਿਹੜੀ ਹੈ ਉਹ ਟਸ ਤੋਂ ਮਸ ਨਹੀਂ ਹੈਗੀ। ਕਿਤੇ ਨਾ ਕਿਤੇ ਦੇਖੋ, ਜੇ ਕਹਿੰਦੇ ਅਸੀਂ ਲਿਖਤੀ ਅਸ਼ੋਰੈਂਸ ਦਿੰਦੇ ਹਾਂ ਤੁਹਾਨੂੰ MSP ਦੀ, ਤੇ ਫਿਰ ਉਹਨੂੰ ਕਾਨੂੰਨ ਕਿਉਂ ਨਹੀਂ ਬਣਾ ਦਿੰਦੇ? ਇੱਕ ਐਕਟ ਲਿਆਉਣ, ਐਕਟ ਬਣਾ ਕੇ ਫਿਰ ਉਸ ਤੋਂ ਬਾਅਦ ਗੱਲ ਕਰਨ ਤਾਂ ਮਜ਼ਾ ਆਉਂਦਾ। ਜੇ ਤੁਸੀਂ ਲਿਖਤੀ ਅਸ਼ੋਰੈਂਸ ਦਿੰਦੇ ਹੋ ਤਾਂ ਫਿਰ ਅਸ਼ੋਰੈਂਸ ਤਾਂ ਤੁਸੀਂ ਇਹ ਵੀ ਦਿੰਦੇ ਹੋ ਕਿ ਤੁਸੀਂ ਅਪੀਲ ਕਰ ਸਕਦੇ ਹੋ, ਸਿਵਲ ਅਦਾਲਤਾਂ ਦੇ ਵਿੱਚ ਨਹੀਂ, ਤੁਸੀਂ ਜਾ ਕੇ ਕਿੱਥੇ ਕਰ ਸਕਦੇ ਹੋ? SDM ਦੇ ਕੋਲ ਜਾ ਕੇ ਕਰ ਸਕਦੇ ਹੋ ਅਪੀਲ, ਜਾਂ DSP ਤੋਂ ਕਰ ਸਕਦੇ ਹੋ। ਤੇ ਤੁਸੀਂ ਹਿਸਾਬ ਲਾ ਲਓ ਫਿਰ ਉਹੀ ਗੱਲ ਆ ਨਾ ਕਿ ਹੱਥ ਪੈਰ ਕਿਸੇ ਕੋਲੇ ਆ, ਲੱਤ ਕਿਸੇ ਕੋਲੇ ਆ, ਬਾਂਹ ਕਿਸੇ ਕੋਲੇ ਆ, ਸਵਾਦ ਜਿਹੜਾ ਉਹ ਗੱਲ ਦਾ ਬਿਲਕੁਲ ਨਹੀਂ ਆ ਰਿਹਾ। ਇਸ ਕਰਕੇ ਫਾਰਮਰ ਤੇ ਇਹੀ ਕਹਿ ਰਿਹਾ, ਕਿਸਾਨ ਜਥੇਬੰਦੀਆਂ ਲਗਾਤਾਰ ਇਹ ਕਹਿ ਰਹੀਆਂ ਕਿ ਤੁਸੀਂ ਇਹਨੂੰ ਸਕ੍ਰੈਪ ਕਰ ਦਿਓ, ਇਹਨੂੰ ਜਿਹੜਾ ਮੁੱਢ ਕਦੀਮੀ ਖਤਮ ਕਰ ਦਿਓ। ਜਿਹੜੇ ਆਪਣੇ ਨਰਿੰਦਰ ਸਿੰਘ ਤੋਮਰ ਹੈ, ਉਹਨਾਂ ਨੇ ਕੱਲ ਦੀ ਪ੍ਰੈਸ ਕਾਨਫਰੰਸ 'ਚ ਇਹ ਵੀ ਗੱਲ ਦਾ ਐਲਾਨ ਕੀਤਾ ਕਿ ਹਾਂ ਬਈ ਜੇਕਰ ਕਿਸਾਨਾਂ ਨੂੰ ਇਹ ਵੀ ਪ੍ਰੋਬਲਮ ਹੈ ਕਿ ਹਾਂ ਵੀ MSP ਚਲੋ ਪਹਿਲਾਂ ਕੱਲ ਕਲੀਅਰ ਕਰਤੀ ਹੈ ਕਿ ਜਿਹੜੀ ਜਾਰੀ ਰਹੇਗੀ, ਮੰਡੀ ਸਿਸਟਮ ਵਿੱਚ ਜਾਰੀ ਰਹੇਗਾ,
ਹੋਰ ਉਹਨਾਂ ਨੇ ਕੱਲ ਪਹਿਲੀ ਵਾਰ ਇਹ ਗੱਲ ਕੀਤੀ ਹੈ ਕਿ ਹਾਂ ਵੀ ਜਿਹੜੀ ਸਬਸਿਡੀ ਸੀ, ਯਾਨੀ ਕਿ ਜਿਹੜਾ ਬਿਜਲੀ ਸੋਧ ਬਿੱਲ ਜਿਹੜਾ ਲਿਆਂਦਾ ਇਹਨਾਂ ਨੇ ਕਿ ਹਾਂ ਵੀ ਉਹ ਸਾਰਾ ਜਿਹੜਾ ਕੰਟਰੋਲ ਇਸ ਸੈਂਟਰ ਕੋਲ ਚੱਲ ਜਾਏਗਾ, ਬਟ ਉਹਨਾਂ ਨੇ ਕਿਹਾ ਕਿ ਨਹੀਂ, ਸਟੇਟ ਵੀ ਆਪਣੀ ਮਰਜ਼ੀ ਦੇ ਅਕੋਰਡਿੰਗ ਅਗਰ ਕਿਸੇ ਨੂੰ ਸਬਸਿਡੀ ਦੇਣਾ ਚਾਹੁੰਦੀ ਹੈ, ਕਿਸੇ ਨੂੰ ਫ੍ਰੀ ਜਿਹੜੀ ਬਿਜਲੀ ਹੈ ਦੇਣਾ ਚਾਹੁੰਦੀ ਹੈ, ਉਹ ਦੇ ਸਕਦੀ ਹੈ। ਕਿਸਾਨਾਂ ਦੀ ਜਿਹੜੀ ਫ੍ਰੀ ਬਿਜਲੀ ਹੈ ਉਹ ਨਹੀਂ ਖੋਈ ਜਾਏਗੀ, ਉਹਨਾਂ ਨੂੰ ਬਰਕਰਾਰ ਰਹੇਗੀ। ਸੋ ਕਿਤੇ ਨਾ ਕਿਤੇ ਮੈਂ ਕਹਿ ਸਕਦਾ ਕਿ ਹਾਂ ਬਈ ਜਿਵੇਂ ਮਰਜ਼ੀ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਾਂ ਵੀ ਜਿਹੜੇ ਕਿਸਾਨ ਜਥੇਬੰਦੀਆਂ ਨੇ ਮੰਨ ਜਾਣ, ਕਿਉਂਕਿ ਹਰ ਰੋਜ਼ ਜਿਹੜਾ ਬਹੁਤ ਵੱਡਾ ਜਿਹੜਾ ਹਜੂਮ ਹੈ ਉਹ ਦਿੱਲੀ ਜਿਹੜਾ ਸਿੰਘੂ ਬਾਰਡਰ ਹੈ ਉੱਥੇ ਇਕੱਠਾ ਹੋ ਰਿਹਾ। ਇਸ ਤੋਂ ਇਲਾਵਾ ਜਿਹੜੇ ਹੋਰ ਵੀ ਜਿਹੜੇ ਨੇੜਲੇ ਬਾਰਡਰ ਨੇ ਹੁਣ ਉਹਨਾਂ ਨੂੰ ਘਿਰਾਵ ਦੀ ਜਿਹੜੀ ਕੋਸ਼ਿਸ਼ ਹੈ ਉਹ ਨਿਰੰਤਰ ਜਾਰੀ ਹੈ। ਸੋ ਕੇਂਦਰ ਸਰਕਾਰ ਨੂੰ ਕਿਤੇ ਨਾ ਕਿਤੇ ਡਰ ਵੀ ਲੱਗ ਰਿਹਾ, ਕਿਉਂਕਿ ਇੱਕ ਹੋਰ ਜਿਹੜੀ ਵੱਡੀ ਖਬਰ ਸਾਹਮਣੇ ਖੈਰ ਸਾਹਿਬ ਆ ਰਹੀ ਹੈ ਕਿ ਅੱਜ ਮੈਂ ਸਵੇਰੇ ਰਿਪੋਰਟ ਦੇਖ ਰਿਹਾ ਸੀਗਾ ਕਿ ਉੱਥੇ ਜਿਹੜੇ ਸਭ ਤੋਂ ਮੋਹਰੇ ਹੋ ਕੇ ਜਿਹੜੇ ਦਿੱਲੀ ਪੁਲਿਸ ਦੇ ਜਿਹੜੇ ਕਰਮਚਾਰੀ ਸੀਗੇ ਉਹ ਕਰੋਨਾ ਪੋਜ਼ਿਟਿਵ ਹੋ ਚੁੱਕੇ ਨੇ। ਸੋ ਉੱਥੇ ਬਾਰ-ਬਾਰ ਅਸੀਂ ਗੱਲ ਕਰ ਰਹੇ ਕਿ ਹਾਂ ਵੀ ਕਰੋਨਾ ਦਾ ਵੀ ਦੌਰ ਹੈ, ਚਲੋ ਠੀਕ ਹੈ, ਚਾਹੇ ਏਜੰਡਾ ਹੋਵੇ ਜਾਂ ਹਾਂ, ਪਰ ਉੱਥੇ ਪੁਲਿਸੀਆਂ ਜਿਹੜੇ, ਕਿਉਂਕਿ ਉਹਨਾਂ ਲਈ ਵੀ ਬਰਾਬਰ ਦੀ ਹੀ ਗੱਲ ਹੈ ਹਨਾ। ਜੇਕਰ ਸਾਡੇ ਕਿਸਾਨ ਜਥੇਬੰਦੀਆਂ ਉੱਥੇ ਬੈਠੇ ਨੇ, ਉੱਥੇ ਪੁਲਿਸ ਵਾਲੇ ਵੀ ਬੈਠੇ ਨੇ। ਸੋ ਕਰੋਨਾ ਕੋਈ ਆ ਦੇਖ ਨਹੀਂ ਹੁੰਦਾ ਕਿ ਹਾਂ ਵੀ ਵਰਦੀ ਪਾਈ ਹੈ ਇਹਨੂੰ ਨਹੀਂ ਹੋਣਾ, ਜਾਂ ਜਿਹੜੇ ਕਿਸਾਨ ਨੇ ਇਹਨਾਂ ਨੂੰ ਨਹੀਂ ਹੋਣਾ। ਬੇਸਿਕਲੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀਆਂ ਕੇਂਦਰ ਦੀ ਸਰਕਾਰ ਹੈ ਉਸ ਨੂੰ ਜਲਦ ਤੋਂ ਜਲਦ ਡਿਸੀਜਨ ਲੈਣਾ ਚਾਹੀਦਾ, ਕਿਉਂਕਿ ਕਰੋਨਾ ਪਲੱਸ ਦਸੰਬਰ ਦੀ ਜਿਹੜੀ ਸਰਦੀ ਹੈ ਇਹਦੇ 'ਚ ਹਾਂ ਵੀ ਕੋਈ ਕਿੰਨਾ ਕੁ ਬਚ ਜਾਏਗਾ, ਕੋਈ ਕਿੰਨਾ ਕੁ ਜਿਹੜਾ ਹੈ ਉਸ ਨੂੰ ਫੇਸ ਕਰ ਲਏਗਾ, ਉਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਸਵਾਲ ਹੈ। ਇੱਕ ਗੱਲ ਤੁਸੀਂ ਸੁਣੀ ਹੋਣੀ ਆ ਕਿ ਭੱਜਦਿਆਂ ਨੂੰ ਬਾਣ ਇੱਕੋ ਜਿਹਾ। ਦੇਖੋ ਜੇ ਹੁਣ ਸਰਕਾਰ ਭੱਜ ਰਹੀ ਹੈ ਤੇ ਅਸੀਂ ਵੀ ਭੱਜ ਰਹੇ ਨਾਲ। ਜੇ ਉਹਨਾਂ ਨੂੰ, ਜੇ ਉਹਨਾਂ ਦੇ ਕਰਮਚਾਰੀ ਜਿਹੜੇ ਨੇ ਉਹ ਵੀ ਤਾਂ ਉੱਥੇ ਬਾਰਡਰ ਤੇ ਬੈਠੇ ਨੇ, ਸਾਡੇ ਬਜ਼ੁਰਗ ਬੈਠੇ ਨੇ ਤੇ ਉਹ ਵੀ ਬੈਠੇ ਨੇ। ਸੋ ਠੰਡ ਉਹਨਾਂ ਨੂੰ ਵੀ ਲੱਗ ਰਹੀ ਹੈ, ਕਰੋਨਾ ਦਾ ਖਤਰਾ ਉਹਨਾਂ ਨੂੰ ਵੀ ਆ ਜੇ ਕਰੋਨਾ ਹੈ ਤਾਂ। ਜੇ ਪ੍ਰੋਪੇਗੈਂਡਾ ਵੀ ਹੈ ਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਦਾਂ ਦਾ ਗੰਦਾ ਪ੍ਰੋਪੇਗੈਂਡਾ ਜਿਹੜਾ ਹੈ ਹੁਣ ਖਤਮ ਕਰ ਦੇਣਾ ਚਾਹੀਦਾ। ਤੁਸੀਂ ਜੇ ਤੁਹਾਨੂੰ ਇੰਨਾ ਹੀ ਕਰੋਨਾ ਦਾ ਫਿਕਰ ਹੈ, ਇੰਨਾ ਠੰਡ ਦਾ ਫਿਕਰ ਹੈ, ਤਾਂ ਗੱਲ ਜਿਹੜੀ ਆ ਉਹਨੂੰ ਸਿਰੇ ਕਿਉਂ ਨਹੀਂ ਲਾਉਂਦੇ? ਲੋਕਤੰਤਰ ਲੋਕਾਂ ਦਾ ਆ, ਤੁਸੀਂ ਈਗੋ ਬਣਾ ਕੇ ਬੈਠੇ ਹੋ, ਫਿਰ ਇਦਾਂ ਦੀ ਗੱਲ ਨਹੀਂ ਹੋਣੀ ਹੈਗੀ। ਤੇ ਕਿਤੇ ਨਾ ਕਿਤੇ ਦੂਸਰੇ ਬੰਨੇ ਸਰਕਾਰ ਜਿਹੜੇ ਚਲਾਉਂਦੇ ਨੇ, ਜਿਹੜੇ ਇਹਨਾਂ ਦੇ IAS ਆਫੀਸਰ ਨੇ, ਸੈਕਟਰੀ ਨੇ, ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਇੱਕ ਵਾਰੀ ਮੋਹਰੇ ਆਉਣਾ ਚਾਹੀਦਾ, ਜਿਹੜੇ ਵਿਚਾਰੇ ਬੈਕਐਂਡ ਤੇ ਰਹਿ ਕੇ ਕੰਮ ਕਰਦੇ ਰਹਿੰਦੇ ਨੇ। ਕਿਉਂਕਿ ਅਸੀਂ ਦੇਖਿਆ ਕਿ ਜਿਹੜੇ ਤਜਵੀਜ਼ਾਂ ਨੇ ਜਾਂ ਫਿਰ ਡਰਾਫਟ ਨੇ ਉਹ ਇਹਨਾਂ ਦੁਆਰਾ ਬਣਦੇ ਨੇ। ਅਜੇ ਤੱਕ ਉਹਨਾਂ ਦੇ ਵੱਲੋਂ ਵੀ ਸਾਡਾ ਹੈ ਕੋਈ ਨਾ ਕੋਈ ਇੱਕ ਚੰਗਾ ਕਦਮ ਜਿਹੜਾ ਹੈ ਚੱਕ ਲੈਣਾ ਚਾਹੀਦਾ। ਮੈਨੂੰ ਲੱਗਦਾ ਕਿ ਉਹ ਅੱਗੇ ਆ ਕੇ ਦੱਸਣ ਕਿ ਉਹ ਕੀ ਚਾਹੁੰਦੇ ਨੇ, ਤਾਂ ਜੋ ਜਿਹੜੇ ਹੈ ਇੱਕ ਹੱਲ ਨਿਕਲ ਜਾਵੇ। ਇੱਕ ਐਕਸਪਰਟ ਪੈਨਲ ਬਿਠਾਇਆ ਜਾਵੇ, ਲਾਈਵ ਪ੍ਰੈਸ ਕਾਨਫਰੰਸ ਹੋਵੇ, ਦੋਹੇ ਗੱਲਾਂ ਕਰਨ, ਤਾਂ ਜੋ ਜਿਹੜਾ ਹੈ ਕਿਸੇ ਤਰੀਕੇ ਦਾ ਜਿਹੜਾ ਹੈ ਕੋਈ ਕਿਸੇ ਨੂੰ ਸ਼ੰਕਾ ਹੀ ਨਾ ਰਹੇ। ਖੈਰ ਸਾਹਿਬ, ਇੱਕ ਹੋਰ ਜਿਹੜੀ ਖਾਸ ਖਬਰ ਹੈ ਇਸ ਅੰਦੋਲਨ ਦੇ ਨਾਲ ਜੁੜੀ ਹੋਈ ਹੈ ਕਿ ਜਿਹੜੇ ਅੰਨਾ ਹਜ਼ਾਰੇ ਨੇ ਹਨਾ, ਉਹ ਇੱਕ ਵਾਰ ਫੇਰ ਉਹਨਾਂ ਨੇ ਕੋਈ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਹਾਂ ਵੀ ਕੇਂਦਰ ਸਰਕਾਰ ਨੇ ਅਗਰ ਜੇਕਰ ਜਲਦੀ ਤੋਂ ਜਲਦੀ ਕੋਈ ਜਿਹੜਾ ਫੈਸਲਾ ਨਹੀਂ ਲਿਆ, ਸੋ ਉਹ ਵੀ ਜਿਹੜਾ ਹੈ ਕਾਫੀ ਵੱਡਾ ਜਿਹੜਾ ਹੈ ਮਾਰਚ ਕੱਢ ਸਕਦੇ ਨੇ, ਇੱਕ ਵਿਸ਼ਾਲ ਜਿਹੜਾ ਅੰਦੋਲਨ ਹੈ ਉਹ ਸ਼ੁਰੂ ਕਰ ਸਕਦੇ ਨੇ। ਵੈਸੇ ਤਾਂ ਜਿਹੜਾ ਵਿਸ਼ਾਲ ਅੰਦੋਲਨ ਹੈ ਉਹ ਤਾਂ ਆਲਰੇਡੀ ਦੇਸ਼ ਵਿੱਚ ਕਾਫੀ ਵੱਡੇ ਲੈਵਲ ਦਾ ਚੱਲ ਰਿਹਾ ਹੈ। ਐਂਡ ਅਗਰ ਹਿਊਮਨ ਹਿਸਟਰੀ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਦਾ ਸਭ ਤੋਂ ਵੱਡਾ ਐਂਡ ਪੀਸਫੁਲ ਜਿਹੜਾ ਪ੍ਰੋਟੈਸਟ ਹੈ ਉਹ ਫਿਲਹਾਲ ਜਿਹੜਾ ਹੈ ਚੱਲ ਰਿਹਾ। ਅਸੀਂ ਸਾਰੇ ਇੱਕ ਤਰ੍ਹਾਂ ਦੇ ਇੱਕ ਬਹੁਤ ਵੱਡੀ ਕਹੀਏ ਕਿ ਹਾਂ ਉਹ ਜਿਹੜੀ ਹਿਸਟਰੀ ਦਾ ਹਿੱਸਾ ਬਣ ਰਹੇ ਆ ਫਿਲਹਾਲ ਹਨਾ। ਸੋ ਉਸ ਸੇਮ ਟਾਈਮ ਤੇ ਇਹਨਾਂ ਦਾ ਬਿਆਨ ਆ ਰਿਹਾ ਕਿ ਹਾਂ ਵੀ ਅਸੀਂ ਵੀ ਕੋਈ ਬਹੁਤ ਵੱਡਾ ਅੰਦੋਲਨ ਕਰਾਂਗੇ, ਇਹ ਕਰਾਂਗੇ, ਉਹ ਕਰਾਂਗੇ। ਪਹਿਲੀ ਗੱਲ ਤਾਂ ਤਕਰੀਬਨ 2 ਮਹੀਨੇ ਵੈਸੇ ਐਂਡ 15-16 ਦਿਨ ਉੱਪਰ ਜਿਹੜੇ ਹੋ ਚੁੱਕੇ, ਯਾਨੀ ਕਿ 2.5 ਮਹੀਨਾ ਜਿਹੜਾ ਹੋ ਚੁੱਕਿਆ, ਉਦੋਂ ਤੱਕ ਅੰਨਾ ਹਜ਼ਾਰੇ ਸਾਹਿਬ ਕੋਈ ਬਿਆਨ ਨਹੀਂ ਦਿੰਦੇ, ਕੁਝ ਨਹੀਂ ਬੋਲਦੇ। ਅੱਜ 2.5 ਮਹੀਨੇ ਦੀ ਗੂੜੀ ਨੀਂਦ, ਜਾਂ ਫਿਰ ਮੈਂ ਕਹਾਂ ਕਿ ਲੋਕਡਾਊਨ ਤੋਂ ਬਾਅਦ ਪਹਿਲਾਂ ਵੀ ਜਿਹੜੇ ਸੀਗੇ ਥੋੜਾ ਜਿਹਾ ਚੁੱਪ ਰਹੇ ਸੀਗੇ, ਮਤਲਬ ਕਾਫੀ ਲੰਬਾ ਜਿਹੜਾ ਲੋਕਡਾਊਨ ਹੈ ਅੰਨਾ ਹਜ਼ਾਰੇ ਦਾ ਉਹ ਹੁਣ ਟੁੱਟਿਆ ਤੇ ਉਹਦੇ ਵਿੱਚ ਸਾਹਮਣੇ ਆ ਕੇ ਕੁਝ ਉਹਨਾਂ ਨੇ ਬਿਆਨ ਕੀਤਾ। ਸੋ ਮੈਨੂੰ ਨਹੀਂ ਪਤਾ ਕਿ ਹਾਂ ਉਹ ਜਿਹੜੀ ਓਪੋਜੀਸ਼ਨ ਹੈ ਜਾਂ ਰੂਲਿੰਗ ਹੈ ਇਸ ਨੂੰ ਕਿਸ ਤਰ੍ਹਾਂ ਵੇਖਦੇ ਨੇ, ਜਾਂ ਵੇਖਦੇ ਵੀ ਕਿ ਨਹੀਂ, ਸਾਨੂੰ ਨਹੀਂ ਪਤਾ। ਬਟ ਦੇਖੋ, ਸਾਡਾ ਤੇ ਨਿਰੋਲ ਜਿਹੜਾ ਹੈ ਉਹ ਅੰਦੋਲਨ ਹੈ। ਜੇ ਪੰਜਾਬ ਦਾ ਕਹੀਏ ਜਾਂ ਕਿਸਾਨਾਂ ਦਾ ਕਹੀਏ, ਮਜ਼ਦੂਰਾਂ ਦਾ ਕਹੀਏ, ਨਿਰੋਲ ਅੰਦੋਲਨ ਹੈ। ਜਿਹੜੀਆਂ ਅਸੀਂ ਖੁੱਲੀਆਂ ਬਾਹਾਂ ਦੇ ਨਾਲ ਹਰ ਕਿਸੇ ਦਾ ਸਵਾਗਤ ਕਰਦੇ ਹਾਂ ਕਿ ਉਹ ਆ ਕੇ ਸਾਡੇ ਨਾਲ ਬੈਠੇ, ਗੱਲਾਂ ਬਾਤਾਂ ਕਰੇ, ਉਸ ਸੰਘਰਸ਼ ਦਾ ਹਿੱਸਾ ਬਣ ਜਾਵੇ। ਪਰ ਦੇਖੋ, ਜਦੋਂ ਫਿਰ ਤੁਸੀਂ ਇੱਦਾਂ ਆਉਂਦੇ ਹੋ, ਤੁਸੀਂ ਕਹਿੰਦੇ ਹੋ ਜੀ ਮੈਂ ਆਪਣਾ ਕਰੋਗੇ, ਤਾਂ ਵਿਸ਼ਾਲ ਅੰਦੋਲਨ ਤਾਂ ਦੁਨੀਆ ਦੇ ਉੱਤੇ ਚੱਲ ਹੀ ਰਿਹਾ। ਇਹ ਕਹਿ ਲਓ ਕਿ ਇਹ ਇੰਡੀਆ ਦੀ ਹਿਸਟਰੀ ਦੇ ਵਿੱਚ ਹੈ ਕਿ ਪਹਿਲਾ ਐਡਾ ਅੰਦੋਲਨ ਜਿਹੜਾ ਉੱਥੇ ਚੱਲਿਆ ਹੈ। ਸੋ ਕਿਤੇ ਨਾ ਕਿਤੇ ਚਲੋ ਅੰਨਾ ਹਜ਼ਾਰੇ ਦਾ ਇਹ ਸਵਾਗਤ ਕਰਦੇ ਹਾਂ। ਇਹ ਅੱਜ ਨਹੀਂ ਪਤਾ ਲੱਗਣਾ ਇਹ ਸਟ੍ਰੈਟਜੀ ਕੀ ਹੈ ਜਾਂ ਇਹਦੇ ਵਿੱਚ ਮਾਹੌਲ ਕੀ ਹੈ, ਇਹ 2-3 ਦਿਨ ਤੱਕ ਪਤਾ ਲੱਗੂਗਾ, ਜਾਂ ਫਿਰ ਜਦੋਂ ਇਹ ਅੰਦੋਲਨ ਛਿੜਨਗੇ ਉਦੋਂ ਪਤਾ ਲੱਗੂਗਾ। ਅੱਛਾ, ਇੱਕ ਹੋਰ ਜਾਂਦੇ ਇੱਕ ਹੋਰ ਅਪਡੇਟ ਦੇ ਦਈਏ ਕਿ ਜਿਹੜੀ ਕਿਸਾਨ ਯੂਨੀਅਨਾਂ ਨੇ, ਜਿਵੇਂ ਕਿ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਕਿ ਉਹਨਾਂ ਨੇ ਸਾਫ਼ ਕੇਂਦਰ ਸਰਕਾਰ ਨੂੰ ਇਸ਼ਾਰਾ ਦਿੱਤਾ ਹੈ ਕਿ ਹਾਂ ਕਰੋ ਜਾਂ ਨਾ ਕਰੋ, ਨਹੀਂ ਤਾਂ ਸਾਡਾ ਜਿਹੜਾ ਅੰਦੋਲਨ ਹੈ ਹਰ ਰੋਜ਼ ਸਖਤ ਹੁੰਦਾ ਜਾਏਗਾ। ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਦੇਸ਼ ਭਰ ਦੀਆਂ ਟ੍ਰੇਨਾਂ ਰੋਕਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ। ਜਿਸ ਤੋਂ ਬਾਅਦ ਹਾਲੇ ਸਿਰਫ ਗੱਲ ਬਾਹਰ ਹੀ ਨਿਕਲੀ ਏ, ਪਰ ਜਿਹੜੀ ਰੇਲਵੇ ਮੰਤਰਾਲੇ ਹੈ ਉਸਨੇ 4 ਜਿਹੜੀਆਂ ਵੱਡੀਆਂ ਟ੍ਰੇਨਾਂ ਹੈ ਪੰਜਾਬ ਨੂੰ ਜਾਣ ਵਾਲੀਆਂ
ਬੰਦ ਕਰ ਦਿੱਤੀਆਂ ਨੇ। ਸੋ ਕੀ ਮਾਹੌਲ ਸਾਹਮਣੇ ਆਏਗਾ, ਕਿਹੜਾ ਕਿਸ ਵੱਲ ਝੁਕੇਗਾ, ਉਹ ਚਲੋ ਹੁਣ ਸਮਾਂ ਦੱਸੇਗਾ। ਪਰ ਫਿਲਹਾਲ ਜਿਹੜਾ ਸਮਾਂ ਹੈ ਉਹ ਹੋ ਚੁੱਕਾ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਹਾਂ ਪ੍ਰੋਗਰਾਮ ਦੇ ਵਿੱਚ। ਤੁਸੀਂ ਵੇਖਦੇ ਰਹੋ ਅਖਬਾਰਨਾਮਾ। ਟਰੱਕਾਂ ਵਾਲੇ ਭਰਾਵਾਂ ਲਈ ਖੁਸ਼ਖਬਰੀ। ਅਮਰੀਕਾ ਦੇ 48 ਸਟੇਟਸ ਵਿੱਚ ਚੱਲਣ ਲਈ IRP ਲਾਇਸੈਂਸ ਪਲੇਟ ਸੇਮ ਡੇ ਲੈਣ ਲਈ ਹਮੇਸ਼ਾ ਯਾਦ ਰੱਖੋ ਕੈਪੀਟਲ ਕਾਊਂਟਿੰਗ ਐਂਡ ਟੈਕਸ ਸਰਵਿਸਿਜ਼। ਹੁਣ ਇਸ ਤੋਂ ਇਲਾਵਾ ਇਹ ਟਰੱਕ ਵਾਲੇ ਭਰਾਵਾਂ ਨੂੰ ਫਿਊਲ ਟੈਕਸ ਰਿਟਰਨਸ, MC, ICC ਅਥਾਰਟੀ, US ਡਾਟ ਨੰਬਰ, UCR ਪਰਮਿਟਸ, BOC 3 ਫਾਈਲਿੰਗ, CA ਨੰਬਰ, MCP, EPN enrollment, BIT enrollment, NM permit, KYU number, New York HUT permit, Oregon permit, Oregon bonds, highway use tax, trailer plates, title transfer, tax exemption ਦੀਆਂ ਸੇਵਾਵਾਂ ਵੀ ਦਿੰਦੇ ਨੇ। ਇਸ ਦੇ ਨਾਲ ਹਰ ਤਰ੍ਹਾਂ ਦੀ ਟੈਕਸ ਸਰਵਿਸ ਤੇ ਪੇਰੋਲ ਸਰਵਿਸਿਜ਼ ਦੇ ਵੀ ਇਹ ਮਾਹਿਰ ਨੇ। ਅੱਜ ਹੀ ਕਾਲ ਕਰੋ ਕੁਲਦੀਪ ਸਿੰਘ ਕੰਗ ਨੂੰ 530 908 9386, 530-908-9386 ਜਾਂ ਫਿਰ ਸੇਵਾ ਸਿੰਘ ਭਿੰਡਰ ਨੂੰ 530 405 6020, 530-405-6020। ਇਹ ਵੁੱਡਲੈਂਡ ਤੇ ਯੂਬਾ ਸਿਟੀ ਤੋਂ ਤੁਹਾਨੂੰ ਸੇਵਾਵਾਂ ਦਿੰਦੇ ਨੇ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਅਖਬਾਰਨਾਮੇ ਦੇ ਵਿੱਚ। ਸੋ ਖਹਿਰਾ ਸਾਹਿਬ, ਇੱਕ ਹੋਰ ਜਿਹੜੀ ਅਪਡੇਟ ਹੈ ਉਹ ਸਾਡੇ ਜਿਹੜੇ ਕਿਸਾਨ ਅੰਦੋਲਨ ਦੇ ਬਾਰੇ ਹੈ ਉਹ ਆਪਾਂ ਦੱਸਦੀ ਆਪਣੇ ਸਾਰੇ ਦਰਸ਼ਕਾਂ ਨੂੰ ਕਿ ਹਾਂ ਵੀ ਸੁਪਰੀਮ ਕੋਰਟ ਵਿੱਚ ਜਿਹੜੀ BKU ਹੈ ਯਾਨੀ ਕਿ ਭਾਰਤੀ ਕਿਸਾਨ ਜਿਹੜੀ ਯੂਨੀਅਨ ਹੈ, ਉਹਨਾਂ ਨੇ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਜਿਹੜਾ ਹੈ ਖਟਖਟਾਇਆ। ਵੈਸੇ ਤਾਂ ਪਹਿਲਾਂ ਵੀ ਕਾਫੀ ਵਾਰ ਜਿਹੜੇ ਹੋਰ ਜਿਹੜੇ ਅਲੱਗ-ਅਲੱਗ ਸਟੇਟਾਂ ਦੇ ਸੂਬਿਆਂ ਦੇ ਜਿਹੜੇ ਮੇਨ ਜਿਹੜੇ ਮੋਹਰੀ ਸੀਗੇ ਉਹਨਾਂ ਨੇ ਖਟਖਟਾਇਆ ਸੀਗਾ। ਉੱਥੋਂ ਦੀ ਜਿਹੜੀ ਸੁਣਵਾਈ ਹੈ ਉਹ ਹਜੇ ਪੈਂਡਿੰਗ ਹੈ। ਪਰ BKU ਇੱਕ ਵਾਰ ਫਿਰ ਉਹਨਾਂ ਨੇ ਪਟੀਸ਼ਨ ਜਿਹੜੀ ਹੈ ਲਿਖੀ ਹੈ ਐਂਡ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਹੈ ਕਿ ਹਾਂ ਵੀ ਇਸ ਉੱਪਰ ਜਲਦੀ ਤੋਂ ਜਲਦੀ ਜਿਹੜਾ ਫੈਸਲਾ ਹੈ ਉਹ ਸੁਣਾਇਆ ਜਾਵੇ। ਸੋ ਸੁਪਰੀਮ ਕੋਰਟ, ਜਿਵੇਂ ਕਿ ਅਸੀਂ ਡੈਮੋਕ੍ਰੇਸੀ ਦੇ ਅੰਡਰ ਆ, ਹਰ ਕੋਈ ਜਿਹੜਾ ਹੈ ਉਹਦੇ ਅੱਗੇ ਆਪਣਾ ਸਿਰ ਝੁਕਾਉਂਦਾ ਐਂਡ ਉਹਦੇ ਤੋਂ ਬਹੁਤ ਵੱਡੀ ਉਮੀਦ ਰੱਖਦਾ ਹੈ। ਜਿਵੇਂ ਘਰ ਵਿੱਚ ਸਭ ਤੋਂ ਸਿਆਣੇ ਵੱਡੇ ਹੁੰਦੇ ਨਾ ਬੰਦੇ ਕਿ ਹਾਂ ਵੀ ਕੋਈ ਜਿਹੜਾ ਚਾਹੇ ਮਹੱਲੇ 'ਚ ਕੋਈ ਸਿਆਣਾ ਬੰਦਾ ਹੋਵੇ ਜੀ, ਹਾਂ ਵੀ ਜਿੰਨਾ ਮਰਜ਼ੀ ਲੜ ਲਓ, ਫਿਰ ਉਹਦੇ ਅੱਗੇ ਜਾ ਕੇ ਫੈਸਲਾ ਹੁੰਦਾ ਹੈ, ਫਿਰ ਉਹਨਾਂ ਨੇ ਜੋ ਕਹਿਤਾ ਫਿਰ ਉਹੀ ਮੰਨਿਆ ਜਾਂਦਾ ਹੈ। ਸੋ ਫਿਲਹਾਲ ਉਹੀ ਕੰਡੀਸ਼ਨ ਹੋ ਚੁੱਕੀ ਹੈ ਕਿ ਹਾਂ ਵੀ ਸੁਪਰੀਮ ਕੋਰਟ ਦਾ ਜਿਹੜਾ ਦਰਵਾਜ਼ਾ ਹੈ ਖਟਖਟਾਇਆ ਜਾ ਰਿਹਾ। ਹੁਣ ਦੇਖਦੇ ਹਾਂ ਕਿੰਨੀ ਕੁ ਜਲਦੀ ਜਿਹੜਾ ਦਰਵਾਜ਼ਾ ਖੁੱਲਦਾ ਹੈ, ਬਿਠਾਇਆ ਜਾਂਦਾ ਹੈ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਦੇਖੋ ਮੋਹਿਤ ਜੀ, ਉਮੀਦ ਤੇ ਦੁਨੀਆ ਕਾਇਮ ਹੈ ਔਰ ਆਏ ਦਿਨ ਅਸੀਂ ਨਿਤ ਨਵੀਂ ਉਮੀਦ ਦੇ ਨਾਲ ਜਾਗਦੇ ਹਾਂ ਕਿ ਹੁਣ ਸਾਨੂੰ ਦਿੱਲੀ ਤੋਂ ਕੋਈ ਚੰਗੀ ਖਬਰ ਆ ਜਾਵੇ, ਕੱਲ ਦਿੱਲੀ ਤੋਂ ਚੰਗੀ ਖਬਰ ਆ ਜਾਵੇ, ਅੱਜ ਦਿੱਲੀ ਤੋਂ ਚੰਗੀ ਖਬਰ ਆ ਜਾਵੇ। ਸੋ ਪਟੀਸ਼ਨ ਪਾਉਣਾ ਚਲੋ ਹਰ ਕਿਸੇ ਦਾ ਅਧਿਕਾਰ ਹੈ, ਪਰ ਪਹਿਲੀਆਂ ਪਟੀਸ਼ਨਾਂ ਦਾ ਹਾਲੇ ਕੋਈ ਹੱਲ ਨਹੀਂ ਨਿਕਲਿਆ। ਸੋ ਐਡੀ ਦਰਵਾਸੀ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ। ਖਬਰ ਜਿਹੜੀ ਹੈ ਉਹ ਤਾਂ ਬਣ ਹੀ ਰਹੀ ਹੈ। ਦੂਸਰੇ ਬੰਨੇ ਮੈਂ ਕਹਿ ਦੇਵਾਂ ਕਿ ਜਦੋਂ ਆਪਾਂ ਗੱਲ ਕਰੀਏ, ਕੱਲ ਜਿਹੜਾ ਹੈ ਭੂਮੀ ਪੂਜਨ ਹੋਣ ਡਿਆ, ਜਦੋਂ ਭੂਮੀ ਪੂਜਨ ਇਹਨਾਂ ਨੇ ਕੀਤਾ ਹੈ ਤਾਂ ਉਹ ਜਿਹੜਾ ਹੈ ਉੱਥੇ ਵੀ ਉਹ ਜਿਹੜੀ ਜ਼ਮੀਨ ਤੇ ਭੂਮੀ ਪੂਜਨ ਹੋਇਆ ਜੀ, ਉਹ ਵਿਵਾਦਤ ਜ਼ਮੀਨ ਹੈ ਤੇ ਸੁਪਰੀਮ ਕੋਰਟ ਕਹਿੰਦੀ ਹੈ ਜੀ ਅਸੀਂ ਤੁਹਾਨੂੰ ਕੱਲਾ ਭੂਮੀ ਪੂਜਨ ਦਾ ਜਿਹੜਾ ਹੈ ਉੱਥੇ ਆਗਿਆ ਦਿੱਤੀ ਆ, ਤੁਹਾਨੂੰ ਕੰਸਟਰਕਸ਼ਨ ਦੀ ਨਹੀਂ ਦਿੱਤੀ। ਉਹ ਗੱਲ ਕੀ ਆ, ਅੰਨਾ ਕੀ ਭਾਲੇ ਦੋ ਅੱਖਾਂ ਵੀ ਤੁਸੀਂ ਚਲੋ ਭੂਮੀ ਪੂਜਨ ਤਾਂ ਦੇ ਦਿੱਤਾ। ਭੂਮੀ ਪੂਜਨ ਦਾ ਮਤਲਬ ਹੀ ਇਹ ਆ ਕਿ ਤੁਸੀਂ ਉਹਨਾਂ ਦੇ ਫੈਸਲਾ ਹੱਕ 'ਚ ਹੈ, ਇਸ ਲਈ ਭੂਮੀ ਪੂਜਨ ਹੋ ਰਿਹਾ। ਜੇ ਹੱਕ 'ਚ ਨਹੀਂ ਹੈ ਤਾਂ ਫਿਰ ਕਿਵੇਂ ਭੂਮੀ ਪੂਜਨ ਹੋ ਸਕਦਾ? ਕੋਈ ਕੱਲ ਨੂੰ ਕਿਸੇ ਦਾ ਵਿਆਹ ਨਾ ਰੱਖਿਆ ਹੋਵੇ ਤਾਂ ਕੋਈ ਰੀਵਨ ਥੋੜੀ ਕਟਾ ਲੇਗਾ, ਰੀਵਨ ਤਾਂ ਉਹੀ ਕਟਾਊਗਾ ਜਿਹਦਾ ਵਿਆਹ ਆ। ਸੋ ਕਿਤੇ ਨਾ ਕਿਤੇ ਦੇਖੋ ਸੰਘੀ ਢਾਂਚਾ ਹੈ, ਇਹਨੂੰ ਮੈਂ ਬਾਰ-ਬਾਰ ਕਹਿ ਰਿਹਾ ਕਿ ਖਤਰਾ ਵੀ ਤਾਂ ਹੈ ਨਾ, ਕਿਉਂਕਿ ਡੈਮੋਕ੍ਰੇਸੀ ਜਿਹੜੀ ਹੈ ਉਦੋਂ ਤੱਕ ਚੱਲਦੀ ਹੈ ਜਦੋਂ ਤੱਕ ਇਹਦੇ ਜਿਹੜੇ ਲੋਕ ਚਲਾਉਣ ਵਾਲੇ ਨੇ ਉਹ ਚੰਗੇ ਹੋਵੇ, ਕੇਂਦਰ ਸਰਕਾਰ ਚੰਗੀ ਹੋਵੇ ਤੇ ਸਰਕਾਰਾਂ ਦੇ ਹਿੱਤ ਜਿਹੜੇ ਨੇ, ਲੋਕਾਂ ਦੇ ਹਿੱਤ ਜਿਹੜੇ ਸਰਕਾਰ ਹੈ ਉਹ ਪੂਜਦੀ ਹੋਵੇ। ਸੋ ਕਿਤੇ ਨਾ ਕਿਤੇ ਤੁਸੀਂ ਆਪ ਸਮਝਦਾਰ ਹੋ ਕਿ ਮੈਂ ਕੀ ਕਹਿਣਾ ਚਾਹੁੰਦਾ ਜੀ। ਸੋ ਸਮਝਦਾਰ ਸਾਡੇ ਦਰਸ਼ਕ ਵੀ ਨੇ ਜਿਨ੍ਹਾਂ ਨੂੰ ਸ਼ਾਇਦ ਗੱਲ ਜਿਹੜੀ ਹੈ ਸਿੱਧੇ ਤੌਰ ਤੇ ਸਮਝ ਆ ਗਈ ਹੋਵੇਗੀ। ਸੋ ਹੁਣ ਅਸੀਂ ਥੋੜਾ ਜਿਹਾ ਯੂਪੀ ਵੱਲ ਚੱਲਦੇ ਹਾਂ ਹਨਾ, ਕਿਉਂਕਿ ਸਟੂਡੀਓ 'ਚ ਬੈਠੇ ਆ ਬੜੀ ਚੰਗੀ ਗੱਲ ਹੈ ਨਾ ਹਨਾ, ਹਰ ਸਟੇਟ ਵਾਸਤੇ ਜਾ ਸਕਦੇ ਹਾਂ, ਉੱਥੋਂ ਦੀ ਗੱਲਾਂ ਬਾਤਾਂ ਕਰ ਸਕਦੇ ਹਾਂ। ਸੋ ਜਿਵੇਂ ਕਿ ਪੰਜਾਬ ਦੇ ਵਿੱਚ ਜਿਹੜੇ ਇਲੈਕਸ਼ਨਸ ਨੇ 22 ਵਿੱਚ ਹੋਣੇ ਨੇ, ਸੋ ਉੱਥੋਂ ਦੀਆਂ ਜਿਹੜੀਆਂ ਤਿਆਰੀਆਂ ਨੇ ਹੋਣੇ ਸ਼ੁਰੂ ਹੋ ਚੁੱਕੀਆਂ। ਸਿਮਿਲਰਲੀ ਯੂਪੀ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਐਂਡ ਤੁਹਾਨੂੰ ਪਤਾ ਹੈ ਕਿ ਹਰ ਸਟੇਟ ਵਿੱਚ ਇੱਕ ਤਰ੍ਹਾਂ ਦਾ ਸਿਰਫ 2-3 ਜਾਂ 4-5 ਸਟੇਟ ਛੱਡ ਕੇ BJP ਦਾ ਬੋਲਬਾਲਾ ਹੈ। ਸਪੈਸ਼ਲੀ ਯੂਪੀ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਕਾਫੀ ਬੋਲਬਾਲਾ ਹੈ। ਉੱਥੇ ਕਾਂਗਰਸ ਜਿਹੜੀ ਹੈ ਕੁਝ ਬਹੁਤੀ ਵਧੀਆ ਜਿਹੜੀ ਹੈ ਸਾਹਮਣੇ ਨਹੀਂ ਆ ਪਾ ਰਹੀ। ਸੋ ਕਾਂਗਰਸ ਜਿਹੜੀ ਹੈ ਉੱਥੇ ਤਿਆਰੀਆਂ ਜਿਹੜੀ ਹੈ ਕੁਝ ਨਵੇਂ ਸਿਰੇ ਤੋਂ ਕਰ ਰਹੀ ਹੈ। ਉਹਨਾਂ ਨੇ ਜਿਹੜਾ ਆਪਣਾ ਆਫਿਸ ਹੈ ਯੂਪੀ ਦਾ ਉਸ ਨੂੰ ਥੋੜਾ ਜਿਹਾ ਨਵਾਂ ਜਿਹੜਾ ਰੂਪ ਢੰਗ ਹੈ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਗੱਲ ਕਰੀਏ ਉੱਥੇ ਜਿਹੜੇ ਵੱਡੇ ਬਾਹਰ ਪੋਸਟਰ ਲਗਾ ਦਿੱਤੇ ਆ। ਪੋਸਟਰਾਂ ਦੀ ਖਾਸ ਗੱਲ ਇਹ ਹੈ ਜਿਹਦੇ ਕਰਕੇ ਅਸੀਂ ਇਹ ਗੱਲ ਸ਼ੁਰੂ ਕਰ ਰਹੇ ਹਾਂ ਕਿ ਹਾਂ ਜਿਹੜੇ ਪੋਸਟਰ ਵਿੱਚ ਜਿਹੜੀ ਪ੍ਰਿਯੰਕਾ ਗਾਂਧੀ ਹੈ, ਰਾਹੁਲ ਗਾਂਧੀ ਦੀ ਸਿਸਟਰ ਜਿਹੜੀ ਹੈ, ਸੋਨੀਆ ਗਾਂਧੀ ਦੀ ਜਿਹੜੀ ਕੁੜੀ ਹੈ, ਜਾਣ ਬੁੱਝ ਕੇ ਗੱਲ ਤਾਂ ਕਰ ਰਹੇ ਹਾਂ ਕਿਉਂਕਿ ਉਹਨਾਂ ਨੇ ਭਗਵੇ ਰੰਗ ਦੀ ਸਾੜੀ ਪਾਈ ਹੋਈ ਹੈ ਹਨਾ।
ਭਗਵਾ ਰੰਗ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਾਂ ਵੀ ਇੱਕ ਹਿੰਦੂ ਜਿਹੜੀ ਕਮਿਊਨਿਟੀ ਹੈ, ਵੈਸੇ ਤਾਂ ਹਰ ਇੱਕ ਕਮਿਊਨਿਟੀ ਦੇ ਅੰਦਰ ਕਿਤੇ ਨਾ ਕਿਤੇ ਜਿਹੜਾ ਭਗਵਾ ਰੰਗ ਹੈ ਕਾਫੀ ਪਵਿੱਤਰ ਮੰਨਿਆ ਜਾਂਦਾ ਹੈ, ਬਟ ਉੱਥੇ ਕਿਉਂਕਿ ਜਿਹੜਾ ਯੂਪੀ ਸਟੇਟ ਹੈ ਉਹ ਕਾਫੀ ਰਿਲੀਜੀਅਸ ਆਪਾਂ ਕਹਿ ਸਕਦੇ ਹਾਂ, ਹਨਾ, ਕੋਈ ਧਾਰਮਿਕ ਜਿਹੜੇ ਮੁੱਦਿਆਂ ਦੇ ਉੱਪਰ ਵਿੱਚ ਵੰਡੀ ਹੋਈ ਹੈ, ਐਂਡ ਧਾਰਮਿਕ ਮੁੱਦਿਆਂ ਦੇ ਉੱਪਰ ਹੀ ਉੱਥੇ ਇਲੈਕਸ਼ਨਸ ਲੜੇ ਜਾਂਦੇ ਨੇ, ਜਿੱਤੇ ਜਾਂਦੇ ਨੇ। ਸੋ ਇਹੋ ਜਿਹੇ ਡਰੈਸਅਪ ਦੇ ਵਿੱਚ ਆ ਕੇ ਵੱਡੇ ਵੱਡੇ ਪੋਸਟਰ ਲਾਉਣੇ ਜਾਂ ਫਿਰ ਤਿਆਰੀਆਂ ਕਰਨੀਆਂ, ਮੈਨੂੰ ਲੱਗ ਰਿਹਾ ਕਿ ਹਾਂ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਲੱਗ ਰਿਹਾ ਕਿ ਜਿਹੜੀ ਕਾਂਗਰਸ ਦੀ ਨੀਤੀ ਹੈ ਇਲੈਕਸ਼ਨ ਜਿੱਤਣ ਦੀ ਉਹ ਸਕਸੈਸਫੁਲ ਨਹੀਂ ਹੋਈ। ਸੋ ਸ਼ਾਇਦ ਜਿਹੜੀ ਕਾਂਗਰਸ ਹੈ ਉਹ ਬੀਜੇਪੀ ਦੇ ਰਾਹ ਵੱਲ ਸ਼ਾਇਦ ਚੱਲਣਾ ਸ਼ੁਰੂ ਹੋ ਚੁੱਕੀ ਹੈ। ਦੇਖੋ ਕਿਤੇ ਨਾ ਕਿਤੇ ਤੁਸੀਂ ਸੁਣੀ ਹੋਣੀ ਗੱਲ, ਜੈਸਾ ਦੇਸ਼ ਵੈਸਾ ਭੇਸ। ਯੂਪੀ ਦੇ ਤੋਂ ਕਦੀ ਤੁਸੀਂ ਦੇਖੋ ਇਤਿਹਾਸ ਫਰੋਲੋ ਤਾਂ ਯੂਪੀ ਕਾਂਗਰਸ ਦਾ ਵੀ ਗੜ ਰਿਹਾ ਆ, ਬੀਜੇਪੀ ਦਾ ਇਕੱਲੇ ਦਾ ਗੜ ਨਹੀਂ ਹੈਗਾ। ਫਿਰ ਨਬਜ਼ ਤਾਂ ਇਹਨਾਂ ਨੂੰ ਵੀ ਪਤਾ ਕਿ ਕਿੱਥੋਂ ਫੜਨੀ ਹੈ। ਸੋ ਨਬਜ਼ ਫੜਨ ਦੀ ਜਿਹੜੀ ਹੈ ਗੱਲ ਚੱਲ ਰਹੀ ਹੈ, ਹਰ ਕਿਸੇ ਨੂੰ ਹੱਕ ਹੈ ਭਾਈ ਨਬਜ਼ ਫੜਨ ਦਾ। ਸੋ ਕਿਤੇ ਨਾ ਕਿਤੇ ਦੇਖੋ ਮੈਂ ਇਹਦੇ ਵਿੱਚ ਕੋਈ ਉਹ ਨਹੀਂ ਸਮਝਦਾ ਕਿ ਇਹਦੇ ਵਿੱਚ ਕੋਈ ਮਾੜੀ ਗੱਲ ਹੈ। ਪ੍ਰੋਪੇਗੰਡਾ ਹਰ ਕੋਈ ਕਰਦਾ ਆ, ਪ੍ਰੋਪੇਗੰਡਾ ਚੱਲਦਾ ਵੀ ਹੈ, ਉਸ ਤੋਂ ਬਾਅਦ ਸਰਕਾਰਾਂ ਆਉਂਦੀਆਂ ਨੇ, ਪਰ ਸਰਕਾਰਾਂ ਜੇ ਆ ਕੇ ਇਦਾਂ ਦੇ ਕੰਮ ਕਰਨਾ ਫਿਰ ਮਾੜੀਆਂ ਨੇ। ਉਸ ਤੋਂ ਪਹਿਲਾਂ ਜੇ ਤੁਸੀਂ ਜਿੱਤਣ ਦੇ ਲਈ ਥੋੜੇ ਬਹੁਤਾ ਪ੍ਰੋਪੇਗੰਡਾ ਕਰ ਰਹੇ ਹੋ ਤਾਂ ਉਹ ਜਾਇਜ਼ ਹੈ। ਉਹ ਸਾਡੇ ਮੁਲਕ 'ਚ ਨਹੀਂ, ਅਮਰੀਕਾ ਕੈਨੇਡਾ ਜਿੱਥੇ ਵੀ ਦੇਖ ਲਓ ਪ੍ਰੋਪੇਗੰਡਾ ਹੁੰਦਾ ਹੈ। ਸੋ ਸਾਰੇ ਸਮਝਦੇ ਨੇ ਕਿ ਯੂਪੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਜੇ ਤੁਸੀਂ ਯੂਪੀ ਫਤਿਹ ਕਰ ਲਈ ਨਾ ਤੇ ਤੁਹਾਡੇ ਕੋਲੇ ਭਾਰਤ ਫਤਿਹ ਹੋਣਾ ਬਹੁਤ ਲਾਜ਼ਮੀ ਹੋ ਜਾਂਦਾ ਹੈ, ਕਿਉਂਕਿ ਬਹੁਤ ਸਾਰੀਆਂ ਸੀਟਸ ਨੇ ਉੱਥੇ। ਵਾਕਈ ਜੀ ਯੂਪੀ ਦੀ ਬਹੁਤ ਸਾਰੇ ਸੀਟਸ ਨੇ ਐਂਡ ਭਗਵੇ ਰੰਗ ਦੀ ਕਾਫੀ ਵੱਡੀ ਹਿਸਟਰੀ ਰਹਿ ਚੁੱਕੀ ਹੈ, ਕਿਉਂਕਿ ਸੇਮ ਉਹੀ ਕਲਰ ਪਾ ਕੇ ਉੱਥੋਂ ਦੇ ਜਿਹੜੇ ਸੀਐਮ ਨੇ ਉਹ ਚੁਣੇ ਗਏ ਨੇ। ਸੋ ਪ੍ਰਿਯੰਕਾ ਗਾਂਧੀ ਨੇ ਵੀ ਸੇਮ ਪਿੰਚ ਕਰ ਲਿਆ। ਉਹ ਦੇਖਣੇ ਸੇਮ ਪਿੰਚ ਲੋਕਾਂ ਨੂੰ ਕਿੰਨਾ ਕੁ ਪਿੰਚ ਕਰਦਾ ਤੇ ਲੋਕੀ ਕਿੰਨਾ ਕੁ ਉਹਨਾਂ ਨੂੰ ਸਪੋਰਟ ਕਰਦੇ ਨੇ, ਉਹ ਆਉਣ ਵਾਲਾ ਸਮਾਂ ਦੱਸੇਗਾ। ਸੋ ਫਿਲਹਾਲ ਹੁਣ ਅਸੀਂ ਦੁਬਾਰਾ ਫੇਰ ਅੱਗੇ ਵਧਦੇ ਹਾਂ ਐਂਡ ਅੱਗੇ ਵਧਾਂਗੇ ਸਿੱਧਾ ਹੁਣ ਅਸੀਂ ਪਹੁੰਚਾਂਗੇ ਕੈਨੇਡਾ, ਹਨਾ। ਤੇ ਕੈਨੇਡਾ ਕਿਉਂਕਿ ਜਿਹੜਾ ਅਮਰੀਕਾ ਦਾ ਜਿਹੜਾ ਕਹਿ ਸਕਦੇ ਗੁਆਂਢੀ ਮੁਲਕ ਹੈ, ਤੇ ਅਮਰੀਕਾ ਨੇ ਵੀ ਜਿਹੜੀ ਹੈ ਫਾਈਜ਼ਰ ਹੈ ਉਸ ਨੂੰ ਥੋੜੀ ਜਿਹੜੀ ਮਨਜ਼ੂਰੀ ਦੇ ਦਿੱਤੀ ਹੈ। ਦੇਖੋ ਕਦੋਂ ਸ਼ੁਰੂ ਹੁੰਦਾ ਹੈ। ਸਿਮਿਲਰਲੀ ਕੈਨੇਡਾ ਦੇ ਵਿੱਚ ਵੀ ਜਿਹੜੀ ਮਨਜ਼ੂਰੀ ਹੈ ਮਿਲ ਚੁੱਕੀ ਹੈ। ਫਾਈਜ਼ਰ ਦੀ ਜਿਹੜੀ ਦਵਾਈ ਹੈ ਕਰੋਨਾ ਵਾਇਰਸ ਨੂੰ ਲੈ ਕੇ, ਕਰੋਨਾ ਵੈਕਸੀਨ ਹੈ, ਉੱਥੇ ਮੈਂ ਕਹਾਂਗਾ ਬਹੁਤ ਵੱਡੀ ਖਬਰ ਹੈ ਕਿ ਹਾਂ ਵੀ ਉੱਥੇ ਜਿਹੜੀ ਵੈਕਸੀਨੇਸ਼ਨ ਹੈ ਸੁਣਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੁਰੂ ਹੋ ਸਕਦੀ ਹੈ। ਇੱਕ ਤਾਂ ਤੁਸੀਂ ਬਿਨਾਂ ਦੱਸੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਜਾਂਦੇ ਹੋ। ਦੂਸਰਾ ਠੰਡ ਬਹੁਤ ਹੈ ਤੇ ਕੱਪੜੇ ਪਾ ਲੈਣ ਦਿਆ ਕਰੋ। ਹੁਣ ਕੈਨੇਡਾ ਦਾ ਇਸ ਟਾਈਮ ਬਹੁਤ ਜ਼ਿਆਦਾ ਠੰਡ ਪੈ ਰਹੀ ਕਈ ਥਾਂ ਦੇ ਉੱਤੇ। ਕਿਤੇ ਨਾ ਕਿਤੇ ਦੇਖੋ ਹੁਣ ਹਰ ਕੋਈ ਆਜ਼ਾਦ ਚਾਹੁੰਦਾ ਹੈ ਕਿ ਕਿਸੇ ਨਾ ਕਿਸੇ ਚੀਜ਼ ਤੋਂ ਆਜ਼ਾਦ ਮਿਲ ਜਾਵੇ। ਕਰੋਨਾ ਜਿਹੜਾ ਹੈ ਹੁਣ ਉਹਨੇ ਬਹੁਤ ਹਿੱਟ ਕਰ ਲਿਆ। ਉਹ ਵੱਖਰੀ ਗੱਲ ਹੈ ਕਿ ਸਾਡੇ ਨਰਿੰਦਰ ਮੋਦੀ ਹੁਣਾਂ ਨੂੰ ਜਿਹੜਾ ਹੈ ਕਿਸੇ ਹੋਰ ਚੀਜ਼ ਤੋਂ ਆਜ਼ਾਦ ਚਾਹੀਦੀ ਹੈ, ਉਹ ਇਸ ਚੀਜ਼ ਵੱਲ ਨਹੀਂ ਹੋ ਰਹੇ। ਸੋ ਦੇਖੋ ਇੱਕ ਵੱਡਾ ਮੁਲਕ ਜਿਹੜਾ ਹੈ ਉਹਦੇ ਸਾਹਮਣੇ ਹੈਲਥ ਜਿਹੜੀ ਹੈ, এনवायरमेंट ਜਿਹੜਾ ਹੈ ਉਹ ਸਭ ਤੋਂ ਵੱਡਾ ਜਿਹੜਾ ਹੈ ਇੱਕ ਕਾਰਨ ਹੁੰਦਾ ਹੈ। ਸੋ ਜੇ ਆਪਾਂ ਇਦਾਂ ਦੇ ਮੁਲਕਾਂ ਦੀ ਗੱਲ ਕਰਦੇ ਹਾਂ ਜਿੱਥੇ ਡਿਵੈਲਪ ਮੁਲਕ ਆ, ਜਿੱਥੇ ਇਹ ਸਾਰੀਆਂ ਚੀਜ਼ਾਂ ਪ੍ਰਾਇੋਰਟੀ ਤੇ ਹੁੰਦੀਆਂ ਜੀ, ਉਹਨਾਂ ਲਈ ਇਦਾਂ ਦੀ ਜਿਹੜੀ ਦਵਾਈ ਹੈ ਜਿਹੜੀ ਲੋਕੀ ਲਾਹਾ ਲੈ ਰਹੇ ਨੇ। ਹਾਲਾਂਕਿ ਆਪਾਂ ਯੂਕੇ ਦੇ ਵਿੱਚ ਦੇਖਿਆ ਕਿ ਥੋੜੇ ਜਿਹੇ ਜਿਹੜੇ ਸਿੰਪਟਮ ਸੀਗੇ ਉਹ ਐਲਰਜਿਕ ਆ ਰਹੇ ਸੀਗੇ, ਪਰ ਉਹਨਾਂ ਨੇ ਇਹ ਕਲੀਅਰ ਕਰ ਦਿੱਤਾ ਸੀ ਜਿਹੜੀ ਉਹਨਾਂ ਦੀ ਕੰਪਨੀ ਸੀਗੀ ਕਿ ਇਹ ਜਿਹੜੇ ਸਿੰਪਟਮ ਨੇ ਇਹ ਉਹਨਾਂ ਨੂੰ ਹੀ ਆ ਰਹੇ ਨੇ ਜਿਨ੍ਹਾਂ ਨੂੰ ਪਹਿਲਾਂ ਕਿਸੇ ਖਾਸ ਕਿਸਮ ਦੀ ਐਲਰਜੀ ਹੈ। ਅਦਰਵਾਈਜ਼ ਇਹ ਜਿਹੜੀ ਹੈ ਕਾਰਗਰ ਹੈ। ਸੋ ਮੁਬਾਰਕਾਂ ਕੈਨੇਡਾ ਨੂੰ ਵੀ ਜੇ ਇਸ ਚੇਨ ਨੂੰ ਉਹ ਤੋੜ ਸਕਣ, ਟਰਾਂਸਮਿਸ਼ਨ ਚੇਨ ਨੂੰ ਤੋੜ ਸਕਣ ਇਸ ਦਵਾਈ ਤੋਂ ਬਾਅਦ। ਸੋ ਆਪਾਂ ਕਹਿ ਸਕਦੇ ਹਾਂ ਕਿ ਹਾਂ ਵੀ ਯੂਕੇ ਤੋਂ ਬਾਅਦ ਜਿਹੜਾ ਦੂਸਰਾ ਤੀਸਰਾ ਮੁਲਕ ਹੈ ਉਹ ਕੈਨੇਡਾ ਅਮਰੀਕਾ ਹੀ ਹੈ। ਐਂਡ ਭਾਰਤ ਵਿੱਚ ਵੀ, ਇੰਡੀਆ ਵਿੱਚ ਵੀ ਜਿਹੜੀ ਪਰਮਿਸ਼ਨ ਜਿਹੜੀ ਸੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਯਾਨੀ ਕਿ ਭਾਰਤ ਵਿੱਚ ਪਰਮਿਸ਼ਨ ਜਿਹੜੀ ਮੰਗੀ ਜਾ ਰਹੀ ਹੈ ਫਾਈਜ਼ਰ ਵੱਲੋਂ। ਸੋ ਉਹ ਵੀ ਦੇਖਣ ਵਾਲਾ ਹੋਏਗਾ ਕਿ ਹਾਂ ਵੀ ਜਿਹੜਾ, ਕਿਉਂਕਿ ਹਰ ਕੋਈ ਕੰਟਰੀ ਜਿਹੜਾ ਹੈ ਉਸ ਨੂੰ ਚੰਗੀ ਤਰ੍ਹਾਂ ਪਹਿਲਾਂ ਜਾਂਚ ਕਰੇਗਾ, ਉਹਦੇ ਸੈਂਪਲ ਆਪਣੇ ਨਿੱਜੀ ਤੌਰ ਤੇ ਕੋਈ ਸੈਂਪਲਸ ਲਵੇਗਾ, ਦੇਖੇਗਾ ਕੀ ਰਿਜ਼ਲਟ ਆ ਰਿਹਾ, ਤਾਂ ਹੀ ਪੂਰੀ ਕੰਟਰੀ ਦੇ ਵਿੱਚ ਜਿਹੜੀ ਪੂਰੀ ਇਨਫੋਰਮੇਸ਼ਨ ਹੈ ਜਿਹੜੀ ਹਰ ਇੱਕ ਕੰਟਰੀ ਉਹ ਪੂਰੀ ਸਟੀਕ ਇਨਫੋਰਮੇਸ਼ਨ ਲਏਗਾ, ਪੂਰਾ ਐਕਸਪੈਰੀਮੈਂਟ ਕਰੇਗਾ। ਆਪਣੇ ਕੁਝ ਜਿਹੜੇ ਟਰਾਇਲ ਤੇ ਜਿਹੜੇ ਵਲੰਟੀਅਰਸ ਹੋਣਗੇ ਜਿਹੜੇ ਆਪਣੇ ਆਪ ਨੂੰ ਅੱਗੇ ਮੋਹਰੇ ਰੱਖਣਗੇ ਕਿ ਹਾਂ ਵੀ ਸਾਡੇ ਤੇ ਟਰਾਇਲ ਕਰੋ। ਮਤਲਬ ਕਾਫੀ ਲੰਬਾ ਚੌੜਾ ਪ੍ਰੋਸੈਸ ਹੋਏਗਾ, ਤਾਂ ਹੀ ਜਿਹੜੀ ਕੋਈ ਵੀ ਕੰਟਰੀ ਹੈ ਉਸ ਨੂੰ ਹਾਮੀ ਭਰੇਗੀ, ਆਪਣੇ ਦੇਸ਼ ਵਿੱਚ ਉਸ ਨੂੰ ਲਾਗੂ ਕਰੇਗੀ। ਮੋਹਿਤ ਜੀ, ਸਭ ਤੋਂ ਪਹਿਲਾਂ ਤਾਂ ਦੇਖੋ ਇੱਕ ਆਥੋਰਾਈਜ਼ੇਸ਼ਨ ਏਜੰਸੀ ਹੈ, ਉਸ ਤੋਂ ਬਾਅਦ ਆਪਾਂ ਇਹਨੂੰ ਕਹਿ ਲਈਏ ਕਿ ਐਮਰਜੈਂਸੀ ਜਾਂਚ ਹੈ। ਇਹ ਐਮਰਜੈਂਸੀ ਆਥੋਰਾਈਜ਼ੇਸ਼ਨ ਹੈ। ਫਾਈਜ਼ਰ ਜਿਹੜੀ ਆ ਵੱਖਰੀਆਂ ਕੰਟਰੀਆਂ ਤੋਂ ਐਮਰਜੈਂਸੀ ਆਥੋਰਾਈਜ਼ੇਸ਼ਨ ਮੰਗਦੀ ਹੈ। ਸਾਡਾ ਜਿਹੜਾ ਸੀਰਮ ਇੰਸਟੀਚਿਊਟ ਹੈ ਜਾਂ ਬਾਇਓਟੈਕ ਹੈ ਉਹ ਵੀ ਐਮਰਜੈਂਸੀ ਜਿਹੜਾ ਹੈ ਟ੍ਰਾਇਲ ਦੀ ਮੰਗ ਕਰ ਰਿਹਾ ਹੈ। ਫਾਈਜ਼ਰ ਵੀ ਜਿਹੜਾ ਹੈ ਉਹ ਐਮਰਜੈਂਸੀ ਕਰ ਰਿਹਾ। ਐਮਰਜੈਂਸੀ ਦਾ ਮਤਲਬ ਹੁੰਦਾ ਕਿ ਉਹ ਫੁੱਲ ਫਲੈਜ, ਉਹਦਾ ਜਿਹੜਾ ਥਰਡ ਟ੍ਰਾਇਲ ਹੈ ਉਹ ਫੁੱਲ ਫਲੈਜ ਨਹੀਂ ਹੋਇਆ ਹੁੰਦਾ, ਪਰ ਅਸੀਂ ਜੇ ਸਾਨੂੰ ਲੋੜ ਪਵੇ ਤਾਂ ਅਸੀਂ ਐਮਰਜੈਂਸੀ ਉਹਦੀ ਵੈਕਸੀਨੇਸ਼ਨ ਜਿਹੜੀ ਹੈ ਕਰ ਸਕਦੇ ਹਾਂ, ਉਹਨੂੰ ਵੈਕਸੀਨ ਕਰ ਸਕਦੇ ਹਾਂ, ਉਹਨੂੰ ਇੰਜੈਕਟ ਕਰ ਸਕਦੇ ਹਾਂ ਜਾਂ ਉਹਨੂੰ ਦੇ ਸਕਦੇ ਹਾਂ। ਸੋ ਖੈਰਾ ਸਾਹਿਬ, ਅਸੀਂ ਹੁਣ ਕੈਨੇਡਾ ਦੀ ਗੱਲ ਕਰ ਲਈ ਹੈ, ਹਨਾ, ਅਸੀਂ ਫਿਰ ਅਮਰੀਕਾ ਵੀ ਪਹੁੰਚ ਜਾਂਦੇ ਹਾਂ, ਹਨਾ, ਕਿਉਂਕਿ ਅਮਰੀਕਾ ਦੇ ਜਿਹੜੇ ਨਵੇਂ ਰਾਸ਼ਟਰਪਤੀ ਚੁਣੇ ਗਏ ਨੇ ਜਿਨ੍ਹਾਂ ਨੇ ਹਲੇ ਤੱਕ ਅਧਿਕਾਰੀ ਤੌਰ ਤੇ ਜਿਹੜੀ ਸਹੁੰ ਨਹੀਂ ਚੁੱਕੀ, ਮਤਲਬ ਸੋ ਕਾਲਡ ਰਾਸ਼ਟਰਪਤੀ, ਹਨਾ। ਸੋ ਉਹਨਾਂ ਦੇ ਮੁੰਡੇ ਜਿਹੜੇ ਨੇ, ਉਹਨਾਂ ਦਾ ਬੇਟੇ ਦਾ ਨਾਮ ਜਿਹੜਾ ਹੈ ਹੰਟਰ, ਉਹਨਾਂ ਦੇ ਮੁੰਡੇ ਦਾ ਨਾਮ ਹੈ। ਸੋ ਉਹਨਾਂ ਉੱਪਰ ਜਿਹੜੇ ਭ੍ਰਿਸ਼ਟਾਚਾਰ ਜਿਹੜੇ ਕੇਸ ਨੇ ਉਹਨਾਂ ਦੀ ਜਿਹੜੀ ਜਾਂਚ ਹੈ ਉਹ ਚੱਲ ਰਹੀ ਹੈ।
ਸੋ ਮੈਨੂੰ ਲੱਗਦਾ ਖੈਰ ਸਾਹਿਬ ਕਿ ਜਿਵੇਂ ਜਿੰਨੀ ਦੇਰ ਤੱਕ ਟਰੰਪ ਸਾਹਿਬ ਨੇ ਹਨਾ, ਕਿਉਂਕਿ 20 ਜਨਵਰੀ ਤੋਂ ਪਹਿਲਾਂ ਤਾਂ ਹਾਲੇ ਵੀ ਰਾਸ਼ਟਰਪਤੀ ਉਹੀ ਨੇ ਐਂਡ ਕਾਫੀ ਸਾਰੇ ਜਿਹੜੇ ਪ੍ਰੋਗਰਾਮਸ ਨੇ ਉਹਨਾਂ ਤੇ ਸਾਈਨ ਕਰਨੇ ਹੈ, ਜੋ ਵੀ ਆਪਣੀ ਸ਼ਮੂਲੀਅਤ ਦੇਣੀ ਬਤੌਰ ਰਾਸ਼ਟਰਪਤੀ ਹਾਲੇ ਉਹੀ ਸੇਵਾਵਾਂ ਨਿਭਾ ਰਹੇ ਨੇ। ਸੋ ਉਦੋਂ ਤੱਕ ਮੈਨੂੰ ਲੱਗਦਾ ਕਿ ਇਹੋ ਜਿਹੀ ਖਬਰਾਂ ਸ਼ਾਇਦ ਨੋਰਮਲ ਵੀ ਹੋ ਸਕਦੀਆਂ ਐਂਡ ਹੋ ਵੀ ਸਕਦਾ ਕਿ ਹਾਂ ਵੀ ਬੰਦਾ ਜਿਹੜਾ ਹੈ ਜਿਸ ਨੂੰ ਜਿਹਦੀ ਜਾਂਚ ਚੱਲ ਰਹੀ ਹੈ ਕੁਛ ਨਾ ਕੁਛ ਉਹਦੇ ਤੇ ਵੀ ਜਿਹੜਾ ਸੱਚ ਹੋ ਸਕਦਾ। ਦੇਖੋ ਮੋਹਿਤ ਜੀ, ਤੁਹਾਡਾ ਦੋਸਤ ਹੈ, ਤੁਹਾਨੂੰ ਵਿਚਲੀ ਖਬਰਾਂ ਵੀ ਹੋਣੀਆਂ ਇਹਨਾਂ ਦਾ, ਤੁਸੀਂ ਕਹਿ ਰਹੇ ਹੋ ਤਾਂ ਫਿਰ ਇਹ ਸਹੀ ਗੱਲ ਵੀ ਹੋ ਸਕਦੀ ਹੈ। ਦੇਖੋ ਇਹ ਸਾਡੇ ਮੁਲਕ ਵਾਂਗੂ ਥੋੜੀ ਕਿ ਜੇ ਤੁਸੀਂ ਕਾਲੇ ਕਾਨੂੰਨ ਜਿਹੜੇ ਨੇ ਉਹ ਵਾਪਸ ਜਾਂ ਉਹਨਾਂ ਦੀ ਹਮਾਇਤ ਕਰ ਰਹੇ ਹੋ ਤਾਂ ਫਿਰ ਤੁਹਾਡਾ ਸਾਰਾ ਟੱਬਰ ਜਿਹੜਾ ਹੈ ਉਹ ਈਡੀ ਦੇ ਆਫਿਸ ਪਹੁੰਚ ਜਾਊਗਾ। ਮੈਂ ਗੱਲ ਕਰਾਂ ਕੈਪਟਨ ਅਮਰਿੰਦਰ ਹੋਣੀ, ਵਿਚਾਰੇ ਜਨਮ ਦਿਨ ਵਾਲੇ ਦਿਨ ਵੀ ਸਾਰੀ ਦਿਹਾੜੀ ਬਿਠਾ ਰੱਖੇ, ਪੋਤਰਾ ਵੀ ਦੋਤਰਾ ਵੀ ਸਭ ਕੁਝ ਈਡੀ ਦੇ ਹਫਤੇ। ਤੇ ਉੱਥੇ ਥੋੜੇ ਸਿਸਟਮ ਸਾਡੇ ਨਾਲੋਂ ਵੱਖਰੇ ਨੇ, ਜੇ ਕੁਝ ਹੈ ਵੀ ਹੈ ਤਾਂ ਮੈਨੂੰ ਲੱਗਦਾ ਕਿ ਉਹ ਸਾਹਮਣੇ ਆ ਜਾਂਦਾ ਉੱਥੇ ਜਲਦੀ, ਤੇ ਜੇ ਉਹ ਕਿਸੇ ਨਾਲ ਮਿਲੀ ਭਗਤ ਨਾਲ ਹੈ ਤਾਂ ਫਿਰ 20 ਜਨਵਰੀ ਜਿਹੜੀ ਆ ਉਹ ਦੂਰ ਨਹੀਂ ਹੈਗੀ। ਸੋ ਇਸ ਤੋਂ ਪਹਿਲਾਂ ਤੁਸੀਂ ਗੱਲ ਕੀਤੀ ਮੇਰੇ ਦੋਸਤ ਦੀ, ਮੈਨੂੰ ਤਾਂ ਮੈਨੂੰ ਮੰਨਣਾ ਪੈਣਾ ਹੈ ਨਾ ਕਿ ਹਾਂ ਵੀ ਤੁਸੀਂ ਇੰਨੀ ਵਾਰੀ ਮੈਨੂੰ ਪ੍ਰੋਗਰਾਮ ਵਿੱਚ ਜੋੜ ਚੁੱਕੇ ਹੋ। ਸੋ ਦੋਸਤੋ ਨਾਲ ਪਹਿਲਾਂ ਵੀ ਕੋਈ ਖਬਰ ਆਈ ਸੀ ਕਿ ਹਾਂ ਵੀ ਜਿਹੜੇ ਟਰੰਪ ਸਾਹਿਬ ਨੇ ਉਹ ਆਪ ਦੇ ਜਿਹੜੇ ਉਹਨਾਂ ਦੇ ਬੱਚੇ ਨੇ ਉਹ ਵੀ ਕਿਸੇ ਕੁਝ ਕੇਸ ਵਿੱਚ ਉਹ ਸ਼ਮੂਲੀਅਤ ਰੱਖਦੇ ਨੇ, ਮਤਲਬ ਕਿਤੇ ਨਾ ਕਿਤੇ ਇਨਵੋਲਵ ਹੈਗੇ ਨੇ। ਸੋ ਉਹਨਾਂ ਨੂੰ ਵੀ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡੋਨਲਡ ਟਰੰਪ ਦੀ, ਜਦੋਂ ਤੱਕ ਕਿ ਹਾਲੇ ਤੱਕ ਸੇਵਾ ਨਿਭਾ ਰਹੇ ਨੇ। ਸੋ ਕਿਤੇ ਨਾ ਕਿਤੇ ਭਾਵੇਂ ਫੈਡਰਲ ਸਿਸਟਮ ਹੈ ਭਾਵੇਂ ਕੋਈ ਸਿਸਟਮ ਹੈ, ਪਰ ਜਿਹੜੀਆਂ ਅਜਿਹੀਆਂ ਜਿਹੜੀਆਂ ਚੀਜ਼ਾਂ ਨੇ ਉਹ ਮੈਨੂੰ ਲੱਗਦਾ ਹਰ ਇੱਕ ਮੁਲਕ, ਹਰ ਇੱਕ ਸਟੇਟ, ਹਰ ਇੱਕ ਗਲੀ ਨੁੱਕਰ ਤੇ ਹੁੰਦੀ ਹੈ ਕਿ ਫੇਵਰ ਜਿਹੜਾ ਹੈ ਉਹ ਕਿਸੇ ਨਾ ਕਿਤੇ ਆਪਣੇ ਦੋਸਤ ਨੂੰ, ਆਪਣੇ ਸਗੇ ਸੰਬੰਧੀ ਨੂੰ। ਇੱਥੇ ਤਾਂ ਗੱਲ ਉਹਨਾਂ ਦੇ ਆਪਣੇ ਬੱਚਿਆਂ ਦੀ ਹੋ ਰਹੀ ਹੈ। ਸੋ ਜਿਹੜਾ ਫੇਵਰ ਸਿਸਟਮ ਹੈ ਉਹ ਵੀ ਮੈਨੂੰ ਲੱਗਦਾ ਕਿ ਹਰ ਜਗ੍ਹਾ ਹੁੰਦਾ ਹੈ ਐਂਡ ਹੋ ਸਕਦਾ ਕਿ ਉੱਥੇ ਜੀ। ਦੇਖੋ ਜਦੋਂ ਪਹਿਲਾਂ ਖਬਰਾਂ ਆਉਂਦੀਆਂ ਸੀਗੀਆਂ ਕਿ ਇੱਥੇ ਕਾਰਪੋਰੇਟ ਦਾ ਇੰਨਾ ਬੋਲਬਾਲਾ ਤੇ ਲੋਕੀ ਪੁੱਛਦੇ ਸੀ ਅਮਰੀਕਾ ਦੇ ਵਿੱਚ ਵੀ ਇੰਨਾ ਹੀ ਆ, ਫਿਰ ਪਤਾ ਲੱਗਿਆ ਜੀ ਜਦੋਂ ਟਰੰਪ ਹੁਣਾਂ ਨੇ ਆਪ ਹੀ ਸਟੇਟਮੈਂਟ ਦਿੱਤੀ ਕਿ ਜੋ ਬਾਈਡਨ ਨੂੰ ਬਣਾਉਣ ਦੇ ਪਿੱਛੇ ਕਾਰਪੋਰੇਟ ਦਾ ਹੱਥ ਹੈ, ਤੇ ਉਦੋਂ ਅਮਰੀਕਨ ਅਖਬਾਰਾਂ ਨੇ ਇੰਨੇ ਲੇਖ ਛਾਪੇ ਤੇ ਉੱਥੋਂ ਪਤਾ ਲੱਗ ਗਿਆ ਕਿ ਭਾਈ ਹੱਥ ਤੇ ਦੋਹਾਂ ਦੇ ਬੱਚੇ ਆ, ਚਾਹੇ ਉਹ ਜੋ ਬਾਈਡਨ ਬਣੇ ਤੇ ਚਾਹੇ ਟਰੰਪ ਬਣੇ। ਸੋ ਕਿਤੇ ਨਾ ਕਿਤੇ ਅਸੀਂ ਉਹ ਗੱਲ ਚੋਂ ਉਠਲਾ ਨਹੀਂ ਸਕਦੇ। ਸਾਰੇ ਮੁਲਕ ਜਿਹੜੇ ਨੇ ਇਹਨਾਂ ਦੀ, ਕਿਉਂਕਿ ਮਨੁੱਖ ਆ ਭਾਈ, ਸਾਰਿਆਂ ਦਾ ਇਹ ਲਾਲਚ ਤਾਂ ਇੱਕੋ ਜਿਹਾ ਹੀ ਹੁੰਦਾ ਆ। ਉਹ ਗੱਲ ਵੱਖਰੀ, ਕਿਸੇ ਦਾ ਥੋੜਾ ਹੁੰਦਾ ਤੇ ਕਿਸੇ ਦਾ ਬਹੁਤਾ ਹੁੰਦਾ ਆ, ਪਰ ਮਨੁੱਖ ਹੀ ਆ। ਸੋ ਬਾਕੀ ਜੀ ਜਿਹੜਾ ਪੋਲਿਟਿਕਸ ਹੈ ਉਹਦੇ ਰੰਗ ਨੇ ਜਿਹੜਾ ਮਰਜ਼ੀ ਮੁਲਕ ਹੋਵੇ ਉਹ ਸੇਮ ਹੀ ਹੁੰਦੇ ਨੇ। ਸੋ ਐਸੀ ਰੰਗ ਜਿਹੜੇ ਅੱਜ ਅਸੀਂ ਡਿਸਕਸ ਕੀਤੇ, ਐਸੀ ਖਬਰਾਂ ਜਿਹੜੀਆਂ ਅੱਜ ਅਸੀਂ ਡਿਸਕਸ ਕੀਤੀਆਂ ਪ੍ਰੋਗਰਾਮ ਅਖਬਾਰਨਾਮੇ ਦੇ ਵਿੱਚ। ਇਸ ਤੋਂ ਇਲਾਵਾ ਦੋਸਤੋ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਬੜੀ ਖੁਸ਼ਖਬਰੀ ਹੈ ਹਨਾ ਸਾਡੇ ਲਈ, ਤੁਹਾਡੇ ਲਈ, ਕਿ ਜਿਹੜਾ ਤੁਸੀਂ ਸਾਡਾ ਚੈਨਲ ਦੇਖਦੇ ਹੋ, ਇਹਨਾਂ ਸਾਰਾ ਪਿਆਰ ਸਾਨੂੰ ਕਰਦੇ ਹੋ। ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜੇਕਰ ਬੈਠੇ ਹੋ ਤਾਂ ਸਾਡਾ ਜਿਹੜਾ ਚੈਨਲ ਹੈ ਪੰਜਾਬ ਮਿਲ USA, ਤੁਸੀਂ ਆਪਣੇ ਮੋਬਾਈਲ ਫੋਨ ਤੇ ਈਜ਼ੀਲੀ ਜਿਹੜਾ ਲਾਈਵ ਸਟ੍ਰੀਮ ਹੈ ਤੁਸੀਂ ਕਰ ਸਕਦੇ ਹੋ। ਤੁਸੀਂ ਚਾਹੇ ਐਂਡਰੋਇਡ ਯੂਜ਼ ਕਰਦੇ ਹੋ ਚਾਹੇ ਐਪਲ ਆਈਫੋਨ ਯੂਜ਼ ਕਰਦੇ ਹੋ, ਬਸ ਸਿੰਪਲੀ ਸਰਚ ਕਰਨਾ ਹੈ ਪੰਜਾਬ ਮਿਲ USA, ਸਾਡੀ ਜਿਹੜੀ ਮੋਬਾਈਲ ਐਪਲੀਕੇਸ਼ਨ ਹੈ ਉਹਦੇ ਉੱਪਰ ਤੁਸੀਂ ਸਾਡਾ ਰੇਡੀਓ, ਸਾਡਾ TV ਐਂਡ ਅਖਬਾਰ ਜਿਹੜਾ ਹੈ ਤੁਸੀਂ ਇਸ ਨੂੰ ਇੰਜੋਏ ਕਰ ਸਕਦੇ ਹੋ। ਸੋ ਐਸੇ ਸਾਡਾ ਪ੍ਰੋਗਰਾਮ ਅੱਜ ਦਾ ਅਖਬਾਰਨਾਮਾ। ਦੇਸ਼ ਦੀਆਂ ਹੋਰ ਖਬਰਾਂ ਲਈ ਤੁਸੀਂ ਵੇਖਦੇ ਰਹੋ ਪੰਜਾਬ ਮਿਲ USA TV। ਧੰਨਵਾਦ।